ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟੂ ਰਾਜ ਮਲਹੋਤਰਾ IAS। ਜਿਹੜੀ ਅਸੀਂ ਸੀਰੀਜ਼ ਲੈ ਕੇ ਆਏ ਸੀ ਤੁਹਾਡੇ ਵਾਸਤੇ, ਦੈਟ ਇਜ਼ PCS ਆਨਸਰ ਰਾਈਟਿੰਗ ਡਿਸਕਸ਼ਨ। ਅੱਜ ਉਸੇ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਅਸੀਂ ਗੱਲ ਕਰਾਂਗੇ GS2, ਜਿਹੜਾ PCS ਸਾਡਾ ਟੌਪਿਕ ਆਉਂਦਾ ਹੈ GS2 ਦੇ ਉਹਦੇ ਆਨਸਰ ਰਾਈਟਿੰਗ ਡਿਸਕਸ਼ਨ ਦੇ ਬਾਰੇ ਗੱਲ ਕਰਾਂਗੇ ਕਿ ਉਹਦਾ ਸਿਲੇਬਸ ਕੀ ਹੈ ਤੇ ਨਾਲ ਹੀ ਨਾਲ ਕਿਹੋ ਜਿਹੇ ਸਵਾਲ ਜਿਹੜੇ ਹੈ ਉਹ PPSC ਜਿਹੜਾ ਹੈ ਆਪਣੇ ਪੈਟਰਨ 'ਚ ਜਾਂ ਪੇਪਰ 'ਚ ਪੁੱਛਦਾ ਹੈ। ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਅਸੀਂ ਆਹ ਦੇਖਦੇ ਹਾਂ ਕਿ ਜਿਹੜਾ GS2 ਹੈ ਉਸ GS2 ਦੇ ਵਿੱਚ ਕਿਹੜੇ ਕੰਪੋਨੈਂਟ ਜਿਹੜੇ ਹੈ GS2 ਦੇ ਵਿੱਚ ਕਿਹੜੇ ਕੰਪੋਨੈਂਟ ਜਿਹੜੇ ਹੈ ਉਹ ਆਉਂਦੇ ਹੈ। ਪਹਿਲਾ ਤਾਂ ਹੈਗਾ ਆਪਣਾ ਜੀ ਇੰਡੀਅਨ ਕਨਸਟੀਟਿਊਸ਼ਨ ਐਂਡ ਪੋਲਿਟੀ, ਦੂਜਾ ਉਹਦੇ ਨਾਲ ਆਉਂਦਾ ਹੈ ਗਵਰਨੈਂਸ, ਤੀਜਾ ਆਉਂਦਾ ਹੈ ਇੰਟਰਨੈਸ਼ਨਲ ਰਿਲੇਸ਼ਨਸ। ਠੀਕ ਹੈ। ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਦਾ ਮੁੱਖ ਡਿਸਕਸ਼ਨ ਦਾ ਪੋਰਸ਼ਨ ਹੈ ਉਹ ਆਪਾਂ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਇੰਡੀਅਨ ਕਨਸਟੀਟਿਊਸ਼ਨ ਐਂਡ ਪੋਲਿਟੀ ਵਾਲੇ ਪੋਰਸ਼ਨ ਦੀ। ਅਸੀਂ ਆਹ ਦੇਖਣਾ ਹੈ ਕਿ ਜਦ ਅਸੀਂ ਪ੍ਰੀਲਿਮਸ ਕਲੀਅਰ ਕਰਕੇ ਮੇਨਸ ਦਾ ਪੇਪਰ ਦੇਣ ਜਾਵਾਂਗੇ ਉਹਦੇ ਵਿੱਚ ਅਸੀਂ ਮੈਕਸਿਮਮ ਮਾਰਕਸ ਕਿਵੇਂ ਸਿਕਿਉਰ ਕਰਨੇ ਹੈ। ਠੀਕ ਹੈ। ਕਿਉਂਕਿ ਹੁੰਦਾ ਕੀ ਹੈ ਕਿ ਜਦ ਆਪਾਂ ਪੇਪਰ ਨੂੰ ਡਿਵਾਈਡ ਕਰਦੇ ਹਾਂ, ਜਿਵੇਂ GS1 ਹੈ, 2 ਹੈ, 3 ਹੈ, 4 ਹੈ ਤੇ ਨਾਲ ਉਹਦੇ ਐਸੇ ਹੈ, ਜਦ ਅਸੀਂ ਉਹਨੂੰ ਡਿਵਾਈਡ ਕਰਦੇ ਹਾਂ ਤੇ ਅਸੀਂ ਆਹ ਦੇਖਣਾ ਹੈ ਕਿ ਅਸੀਂ ਸਭ ਤੋਂ ਜ਼ਿਆਦਾ ਨੰਬਰ ਕਿਹੜੇ ਪੇਪਰ 'ਚ ਜਾਂ ਕਿਹੜੇ ਪੋਰਸ਼ਨ 'ਚ ਲੈ ਸਕਦੇ ਹਾਂ। ਤੇ ਜਦ ਅਸੀਂ ਉਹਦੇ ਹਿਸਾਬ ਨਾਲ ਪੇਪਰ ਨੂੰ ਐਨਾਲਾਈਜ਼ ਕਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਮੈਕਸਿਮਮ ਮਾਰਕਸ ਜਿਹੜੇ ਹੈ ਜਾਂ ਮੈਕਸਿਮਮ ਨੰਬਰ ਜਾਂ ਸਭ ਤੋਂ ਵੱਧ ਨੰਬਰ ਜਿਹੜੇ ਹੈ ਅਸੀਂ GS2 ਵਾਲੇ ਪੋਰਸ਼ਨ 'ਚ ਲੈ ਸਕਦੇ ਹਾਂ। ਉਹਦੇ ਮੁੱਖ ਕਾਰਨ ਕੀ ਹੈ ਕਿ ਪਹਿਲਾ ਕਾਰਨ ਹੈ ਕਿ GS2 ਦਾ ਜਿਹੜਾ ਪੇਪਰ ਹੈ ਉਹਦੇ ਵਿੱਚ ਅਸੀਂ ਪੋਲਿਟੀ ਦਾ ਪੋਰਸ਼ਨ ਪੜ੍ਹਦੇ ਹਾਂ, ਜਿਹੜਾ ਸਾਨੂੰ ਪ੍ਰੀਲਿਮਸ ਵੀ ਮਦਦ ਕਰਦਾ ਤੇ ਮੇਨਸ ਵੀ ਮਦਦ ਕਰਦਾ ਹੈ। ਤੇ ਉਹ ਬਹੁਤ ਜ਼ਿਆਦਾ ਇੱਕ ਡਿਫਰੈਂਟ ਪੋਰਸ਼ਨ ਨਹੀਂ ਹੁੰਦਾ ਕਿ ਜਿਵੇਂ ਕਹੀਏ ਕਿ ਪ੍ਰੀਲਿਮਸ ਜਮਾ ਅੱਡ ਤਿਆਰੀ ਹੈ ਤੇ ਮੇਨਸ ਜਮਾ ਅੱਡ ਤਿਆਰੀ ਹੈ। ਉਹ ਸਾਨੂੰ ਇੱਕ ਤਰ੍ਹਾਂ ਨਾਲ ਕਨਵਰਜਿੰਗ ਪ੍ਰੀਪਰੇਸ਼ਨ ਦੀ ਗੱਲ ਆਉਂਦੀ ਹੈ। ਦੂਜੀ ਗੱਲ ਕੀ ਹੈ ਕਿ ਜਦ ਅਸੀਂ ਕਰਦੇ ਹਾਂ ਗਵਰਨੈਂਸ ਦੇ ਪੋਰਸ਼ਨ ਦੀ ਗੱਲ, ਕਿ ਗਵਰਨੈਂਸ ਦਾ ਪੋਰਸ਼ਨ ਹੋ ਗਿਆ ਤੇ ਨਾਲ ਉਹਦੇ ਇੰਟਰਨੈਸ਼ਨਲ ਰਿਲੇਸ਼ਨ ਦਾ ਪੋਰਸ਼ਨ ਹੋ ਗਿਆ। ਤੇ ਆਹ ਤਿੰਨੋਂ ਪੋਰਸ਼ਨ ਜਿਹੜੇ ਹੈ ਆਹ ਸਾਡੇ ਆਪਣੇ ਅਖਬਾਰਾਂ 'ਚੋਂ ਤਿਆਰ ਹੋ ਜਾਂਦੇ ਹੈ, ਜਿਹੜੇ ਕਰੰਟ ਅਫੇਅਰ 'ਚੋਂ ਤਿਆਰ ਹੋ ਜਾਂਦੇ ਹੈ। ਜੇ ਤੁਹਾਨੂੰ ਕਨਸੈਪਟ ਕਲੈਰਿਟੀ ਹੈ, ਜਿਵੇਂ ਪ੍ਰੀਲਿਮਸ 'ਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਗਵਰਨਰ ਦੀ ਪਾਵਰ ਕੀ ਹੈ ਜਾਂ ਗਵਰਨਰ ਦੀ ਪਾਵਰ ਦੇ ਹਿਸਾਬ ਨਾਲ ਸੈਂਟਰ ਸਟੇਟ ਰਿਲੇਸ਼ਨ ਤੋਂ ਡਿਸਕਸ ਕੀਤਾ ਜਾ ਸਕਦਾ ਹੈ, ਜਿਹੜਾ ਜਿਵੇਂ ਆਰਟੀਕਲ 356 ਹੈ, ਜਿਵੇਂ ਪ੍ਰੈਜ਼ੀਡੈਂਟ ਰੂਲ ਦੀ ਗੱਲ ਹੋ ਰਹੀ ਹੈ। ਤੇ ਜੇ ਆਰਟੀਕਲ 356 ਦੀ ਗੱਲ ਹੋ ਰਹੀ ਹੈ, ਪ੍ਰੈਜ਼ੀਡੈਂਟ ਰੂਲ ਦੀ ਗੱਲ ਹੋ ਰਹੀ ਹੈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਕੌਨਸੀਕੁਐਂਸਿਸ ਕੀ ਹੈ। ਜੇ ਤੁਹਾਨੂੰ ਕੌਨਸੀਕੁਐਂਸਿਸ ਕਲੀਅਰ ਹੈ ਤਾਂ ਉਹਦੇ ਹਿਸਾਬ ਨਾਲ ਜਿਹੜਾ ਅਪਲਾਈਡ ਪੋਰਸ਼ਨ ਹੈ ਉਹ ਅਪਲਾਈਡ ਪੋਰਸ਼ਨ ਤੁਹਾਡਾ ਮੇਨਸ 'ਚ ਪੁੱਛਿਆ ਜਾ ਸਕਦਾ ਹੈ। ਤੇ ਜੇ ਤੁਹਾਨੂੰ ਕਨਸੈਪਟ ਕਲੈਰਿਟੀ ਹੈ ਤੇ ਉਸ ਕਨਸੈਪਟ ਕਲੈਰਿਟੀ ਨਾਲ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਹੈ ਕਿ ਉਹਦੀ ਐਪਲੀਕੇਸ਼ਨ ਕੀ ਹੈ, ਕਰੰਟ 'ਚ ਕੀ ਚੱਲ ਰਿਹਾ ਹੈ, ਤਾਂ ਤੁਹਾਡਾ ਜਿਹੜਾ GS2 ਦਾ ਪੋਰਸ਼ਨ ਹੈ ਉਹ GS2 ਦਾ ਪੋਰਸ਼ਨ ਕਾਫੀ ਜ਼ਿਆਦਾ ਨੰਬਰ ਦਿਵਾਉਣ ਵਾਲਾ ਤੇ ਕਾਫੀ ਜ਼ਿਆਦਾ ਲੋ ਹੈਂਗਿੰਗ ਫਰੂਟ ਹੋ ਜਾਂਦਾ ਹੈ। ਠੀਕ ਹੈ। ਜੇ ਆਪਾਂ ਗੱਲ ਕਰੀਏ ਇੰਟਰਨੈਸ਼ਨਲ ਰਿਲੇਸ਼ਨਸ ਦੀ, ਇੰਟਰਨੈਸ਼ਨਲ ਰਿਲੇਸ਼ਨਸ ਤਾਂ ਸਾਰਾ ਦਾ ਸਾਰਾ ਪੇਪਰ, ਜਿਵੇਂ ਆਪਾਂ ਡਿਸਕਸ ਵੀ ਕਰਾਂਗੇ ਬਾਅਦ ਵਾਲੀ ਵੀਡੀਓਜ਼ 'ਚ, ਕਿ ਇੰਟਰਨੈਸ਼ਨਲ ਰਿਲੇਸ਼ਨ ਦਾ ਜਿਹੜਾ ਸਾਰਾ ਦਾ ਸਾਰਾ ਪੇਪਰ ਹੈ ਉਹ ਇੱਕ ਤਰ੍ਹਾਂ ਨਾਲ ਕਰੰਟ ਐਸੋਸੀਏਟਿਡ ਹੀ ਹੈ। ਠੀਕ ਹੈ। 2-3 ਸਵਾਲ ਇਹੋ ਜਿਹੇ ਹੁੰਦੇ ਹੈ ਜਾਂ ਪਿਛਲੇ 3 ਸਾਲਾਂ 'ਚ 2-3 ਸਵਾਲ ਇਹੋ ਜਿਹੇ ਆਏ ਹੈ ਜਿਹੜੇ ਆਪਾਂ ਕਹੀਏ ਕਿ ਹਿਸਟੋਰੀਕਲ ਬੈਕਗਰਾਉਂਡ, ਹਿਸਟੋਰੀਕਲ ਪ੍ਰਪੋਰਸ਼ਨ ਦੇ ਬੇਸਿਸ ਤੇ ਆ ਗਏ। ਪਰ ਜਿਹੜੇ ਬਾਕੀ ਸਾਰੇ ਸਵਾਲ ਆਏ ਹੈ ਇੰਟਰਨੈਸ਼ਨਲ ਰਿਲੇਸ਼ਨਸ ਦੇ, ਉਹ ਸਾਰੇ ਦੇ ਸਾਰੇ ਮੈਕਸਿਮਮ ਕਰੰਟ ਦੇ ਨਾਲ ਮਿਲਦੇ ਜੁਲਦੇ ਆਏ ਹੈ। ਠੀਕ ਹੈ। ਤਾਂ ਅਸੀਂ ਜਦ ਅਖਬਾਰ ਪੜ੍ਹਦੇ ਹਾਂ, ਕਰੰਟ ਅਫੇਅਰ ਪੜ੍ਹਦੇ ਹਾਂ, ਤਾਂ ਜਾਂ ਫਿਰ ਆਪਾਂ ਕਨਸੈਪਟ ਕਲੈਰਿਟੀ ਕਰਦੇ ਹਾਂ ਤੇ ਉਹਨਾਂ ਤਿੰਨਾਂ ਚੀਜ਼ਾਂ ਨੂੰ ਰਿਲੇਟ ਕਰਕੇ, ਤਿੰਨਾਂ ਚੀਜ਼ਾਂ ਨੂੰ ਨਾਲ ਲੈ ਕੇ ਸਾਡੇ ਵਾਸਤੇ GS2 ਅਟੈਂਪਟ ਕਰਨਾ ਆਸਾਨ ਹੋ ਜਾਂਦਾ ਹੈ ਬਾਕੀ ਕਿਸੇ ਵੀ GS ਦੇ ਕੰਪੈਰੀਜ਼ਨ 'ਚ। ਠੀਕ ਹੈ। ਕਿਉਂਕਿ GS1 ਤੁਹਾਡਾ ਹਿਸਟਰੀ ਨਾਲ ਆ ਜਾਂਦਾ, ਥੋੜਾ ਜਿਹਾ ਐਥਿਕਸ ਦਾ ਪੋਰਸ਼ਨ ਆ ਜਾਂਦਾ, ਜੀਓਗ੍ਰਾਫੀ ਦਾ ਪੋਰਸ਼ਨ ਆ ਜਾਂਦਾ, ਥੋੜਾ ਜਿਹਾ ਸਟੈਟਿਕ ਪੋਰਸ਼ਨ ਹੋ ਜਾਂਦਾ ਹੈ। ਇਹਦੇ ਵਿੱਚ ਆਪਾਂ ਐਪਲੀਕੇਸ਼ਨ ਦੇ ਨਾਲ ਤਿਆਰੀ ਕਰਨਾ ਸਾਡੇ ਵਾਸਤੇ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿੰਦਾ ਹੈ। ਤੇ ਆਪਾਂ ਅੱਜ ਜਿਹੜੀ ਗੱਲ ਕਰਾਂਗੇ, ਆਪਾਂ ਗੱਲ ਕਰਾਂਗੇ ਇੰਡੀਅਨ ਕਨਸਟੀਟਿਊਸ਼ਨ ਐਂਡ ਪੋਲਿਟੀ ਵਾਲੇ ਪੋਰਸ਼ਨ ਦੀ। ਨਾਲ ਆਪਾਂ ਦੇਖਾਂਗੇ ਸਿਲੇਬਸ, ਨਾਲ ਹੀ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਸਵਾਲ PPSC ਨੇ ਪਿਛਲੇ 3 ਸਾਲਾਂ 'ਚ ਪੁੱਛੇ ਹੈ, 2013, 2015 ਤੇ 2018 ਦੇ ਪੇਪਰਾਂ 'ਚ। ਫਿਰ ਜਿਹੜੀ ਆਪਾਂ ਅਗਲੀ ਵੀਡੀਓ ਬਣਾਵਾਂਗੇ ਪੋਲਿਟੀ ਦੇ ਪੋਰਸ਼ਨ ਦੀ, ਉਹਦੇ ਵਿੱਚ ਆਪਾਂ ਦੱਸਾਂਗੇ ਕਿ ਆਨਸਰ ਕਿਵੇਂ ਲਿਖਣਾ ਜਾਂ ਅਟੈਂਪਟ ਕਿਵੇਂ ਕੀਤਾ ਜਾਂਦਾ ਇਹੋ ਜਿਹੇ ਸਵਾਲਾਂ ਨੂੰ। ਤਾਂ ਸਭ ਤੋਂ ਪਹਿਲਾਂ ਚੱਲਦੇ ਹਾਂ ਸਿਲੇਬਸ ਦੇ ਨਾਲ ਹੀ ਕੁਐਸਚਨ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਸਿਲੇਬਸ ਹੈ, ਕੀ ਪੁੱਛਿਆ ਹੈ ਤੇ ਉਹਦੇ ਹਿਸਾਬ ਨਾਲ ਸਵਾਲ ਕੀ ਪੁੱਛੇ ਗਏ। ਪਹਿਲਾ ਜਿਹੜਾ ਸਿਲੇਬਸ ਦਾ ਪੋਰਸ਼ਨ ਲਿਖਿਆ ਹੋਇਆ ਹੈ that is ਇੰਡੀਅਨ ਕਨਸਟੀਟਿਊਸ਼ਨ, ਹਿਸਟੋਰੀਕਲ ਅੰਡਰਪਿਨਿੰਗਸ, ਐਵੋਲਿਊਸ਼ਨ, ਫੀਚਰਸ, ਅਮੈਂਡਮੈਂਟਸ, ਸਿਗਨੀਫੀਕੈਂਟ ਪ੍ਰੋਵੀਜ਼ਨਸ ਐਂਡ ਬੇਸਿਕ ਸਟਰਕਚਰ। ਜੇ ਆਪਾਂ ਇਸ ਪ੍ਰੋਵੀਜ਼ਨ ਨੂੰ ਸਮਝੀਏ ਜਾਂ ਇਸ ਟੌਪਿਕ ਨੂੰ ਸਮਝੀਏ ਤਾਂ ਤੁਹਾਨੂੰ ਲੱਗੇਗਾ ਕਿ ਮੋਟਾ-ਮੋਟਾ ਸਭ ਕੁਝ ਹੀ ਇਸ ਪੇਪਰ 'ਚ ਜਾਂ ਇਸ ਪੋਰਸ਼ਨ 'ਚ ਪਾ ਦਿੱਤਾ ਗਿਆ। ਜਿਵੇਂ ਕਿ ਹਿਸਟੋਰੀਕਲ ਅੰਡਰਪਿਨਿੰਗਸ, ਕਿ ਸੰਵਿਧਾਨ ਜਿਹੜਾ ਹੈ ਸਾਡਾ, ਕਨਸਟੀਟਿਊਸ਼ਨ ਜਿਹੜਾ ਹੈ ਉਹ ਕਨਸਟੀਟਿਊਸ਼ਨ ਜਦ ਬਣਿਆ ਉਹਦੇ ਵਿੱਚ ਜਿਹੜੀ ਸਾਡੀ ਹਿਸਟੋਰੀਕਲ ਬੈਕਗਰਾਉਂਡ ਰਹੀਆਂ, ਕਿ ਸਾਡੀ ਸੋਰਸਿਸ ਆਫ ਮੋਟੀਵੇਸ਼ਨ ਰਹੇ, ਉਹ ਸੋਰਸਿਸ ਆਫ ਮੋਟੀਵੇਸ਼ਨ ਤੇ ਸਵਾਲ ਪੁੱਛੇ ਜਾ ਸਕਦੇ ਹੈ।
ਜਿਹੜਾ ਬੇਸਿਕ ਫੀਚਰ ਹੈ ਜਾਂ ਐਵੋਲੂਸ਼ਨ ਹੈ, ਐਵੋਲੂਸ਼ਨ 'ਚ ਜਿਵੇਂ ਆਪਣਾ ਕੇਸ਼ਵ ਭਾਰਤੀ ਕੇਸ ਆ ਗਿਆ ਕਿ ਸੁਪਰੀਮ ਕੋਰਟ ਨੇ ਕੀ ਰੋਲ ਪਲੇ ਕੀਤਾ ਸੰਵਿਧਾਨ ਨੂੰ ਇਵੋਲਵ ਕਰਨ 'ਚ ਜਾਂ ਸੰਵਿਧਾਨ ਨੂੰ ਬੈਟਰ ਕਰਨ 'ਚ। ਆਪਣਾ ਫੰਡਾਮੈਂਟਲ ਰਾਈਟ ਦੀ ਗੱਲ ਆ ਗਈ, ਠੀਕ ਹੈ ਜੀ, ਫੰਡਾਮੈਂਟਲ ਰਾਈਟ ਦੀ ਗੱਲ ਆ ਗਈ, ਇਹਦੇ ਵਿੱਚ ਨਾਲ ਹੀ DPSP ਦੀ ਗੱਲ ਆ ਗਈ। ਤੇ ਜਿਹੜੇ ਆ ਬੇਸਿਕ ਪ੍ਰੋਵੀਜ਼ਨ ਹੈ ਜਿਵੇਂ ਕਿ ਪ੍ਰੀਐਂਬਲ ਵੀ ਆ ਗਿਆ, ਜਿਵੇਂ ਕਿ ਤੁਸੀਂ ਦੇਖੋਗੇ ਅਸੀਂ ਹੁਣੇ ਡਿਸਕਸ ਕਰਦੇ ਹਾਂ ਕਿ ਸੈਕੂਲਰਿਜ਼ਮ ਦੇ ਉੱਤੇ ਸਵਾਲ ਪੁੱਛਿਆ ਹੋਇਆ ਹੈ। ਆ ਸਾਰੇ ਦੇ ਸਾਰੇ ਪੋਰਸ਼ਨ ਅਸੀਂ ਸਿਲੇਬਸ ਦੇ ਹਿਸਾਬ ਨਾਲ ਡਿਸਕਸ ਕਰ ਸਕਦੇ ਹਾਂ। ਜੇ ਅਸੀਂ ਦੇਖੀਏ ਜਿਹੜਾ ਪਹਿਲਾ ਸਵਾਲ ਆਇਆ ਹੈ 2013 ਦੇ PCS ਦੇ ਪੇਪਰ 'ਚ, ਜਿਹੜਾ ਪਹਿਲਾ ਕੁਐਸਚਨ ਆਇਆ, ਉਹ ਪਹਿਲਾ ਕੁਐਸਚਨ ਜੇ ਆਪਾਂ ਦੇਖੀਏ ਤੇ ਉਹ ਪਹਿਲਾ ਕੁਐਸਚਨ ਕੀ ਸੀਗਾ, ਉਹ ਕਹਿ ਰਿਹਾ ਹੈ ਕਿ all the constitutions are the heirs as well as the testators of the future comment। ਠੀਕ ਹੈ ਕਿ ਜਿਹੜਾ ਸੰਵਿਧਾਨ ਹੁੰਦਾ ਹੈ ਜਾਂ ਕਨਸਟੀਟਿਊਸ਼ਨ ਹੈ ਉਹ ਜਾਂ ਤਾਂ ਪੁਰਾਣੀ ਚੀਜ਼ਾਂ ਤੋਂ ਸਿੱਖਿਆ ਹੁੰਦਾ ਹੈ, ਜਿਵੇਂ ਆਪਾਂ ਕਿਹਾ ਕਿ ਜਿਹੜੀ ਹਿਸਟੋਰੀਕਲ ਅੰਡਰਪਿਨਿੰਗਸ ਹੈ, ਤੇ ਅੱਗੇ ਆਉਣ ਵਾਲੀ ਚੀਜ਼ਾਂ ਦਾ ਇੱਕ ਤਰ੍ਹਾਂ ਨਾਲ ਮੁੱਖ ਉਦਾਹਰਨ ਜਾਂ ਫਿਰ ਆਉਣ ਵਾਲੀ ਚੀਜ਼ਾਂ ਦਾ ਇੱਕ ਤਰ੍ਹਾਂ ਦਾ ਦਿਖਾਉਣ ਵਾਲੀ ਚੀਜ਼ ਹੁੰਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਆਇਰਸ ਐਜ਼ ਵੈਲ ਐਜ਼ ਦ ਟੈਸਟੇਟਰਸ ਆਫ ਦ ਫਿਊਚਰ। ਅਸੀਂ ਅੱਗੇ ਡਿਸਕਸ ਕਰਾਂਗੇ ਕਿ ਸਵਾਲ 'ਚ ਲਿਖਣਾ ਕੀ ਸੀਗੀ ਔਰ ਵਾਟ ਯੂ ਹੈਵ ਟੂ ਰਾਈਟ ਇਨ ਦਿਸ ਪਰਟੀਕੂਲਰ ਕੁਐਸਚਨ। ਦੂਜਾ ਸਵਾਲ ਆ ਗਿਆ, ਪੁਆਇੰਟ ਆਊਟ ਦ ਕਨਸਟੀਟਿਊਸ਼ਨਲ ਸਿਗਨੀਫਿਕੈਂਸ of Article 13 Clause 2 in the Constitution of India। ਆ ਸੀ ਸਾਡਾ 100 ਵਰਡਸ ਲਿਖਣ ਵਾਲਾ। ਠੀਕ ਹੈ, ਤੁਸੀਂ ਦੇਖੋ ਕਿ ਜਿਹੜਾ ਡਿਵੀਜ਼ਨ ਹੈ ਜਾਂ ਤਾਂ ਪੇਪਰ 'ਚ ਆਏਗਾ 200 ਵਰਡ ਦਾ ਸਵਾਲ, ਠੀਕ ਹੈ, ਜਾਂ ਤਾਂ PPSC ਪੁੱਛਦਾ ਹੈ ਕਿ ਕੁਐਸਚਨ ਨੰਬਰ 1 200 ਵਰਡ, ਜਾਂ ਫਿਰ ਕਈ ਸਵਾਲ ਇਹੋ ਜਿਹੇ ਹੁੰਦੇ ਆ ਪੇਪਰ ਦੇ ਵਿੱਚ ਜਿਹਦੇ ਵਿੱਚ ਆ ਕੇ ਆਉਂਦਾ ਹੈ ਕਿ ਰਾਈਟ ਅ ਸ਼ਾਰਟ ਨੋਟ। ਜਿਵੇਂ ਫੋਰ ਐਗਜ਼ਾਮਪਲ ਕੁਐਸਚਨ ਨੰਬਰ 5 ਆ ਗਿਆ ਕਿ ਰਾਈਟ ਅ ਸ਼ਾਰਟ ਨੋਟ, ਉਹਦੇ 'ਚ 2 ਸਵਾਲ ਹੋਣਗੇ, ਇੱਕ 10 ਨੰਬਰ ਦਾ ਇੱਕ ਸਵਾਲ, 10 ਨੰਬਰ ਦਾ ਦੂਜਾ ਸਵਾਲ। ਜਿਹੜਾ 20 ਨੰਬਰ ਵਾਲਾ ਸਵਾਲ ਹੈ ਉਹਦੇ 'ਚ 200 ਵਰਡ ਲਿਖਣੇ ਹੈ, ਜਿਹੜਾ 10 ਨੰਬਰ ਵਾਲਾ ਸਵਾਲ ਹੈ ਇਹਦੇ 'ਚ ਆਪਾਂ 100 ਵਰਡ ਲਿਖਣੇ ਆ। ਠੀਕ ਹੈ, ਤੇ ਜਿਹੜਾ ਆ ਸਾਨੂੰ ਕੁਐਸਚਨ ਆਇਆ ਜਿਹਦੇ 'ਚ ਉਹਨੇ ਕਿਹਾ ਕਿ ਪੁਆਇੰਟ ਆਊਟ ਦ ਕਨਸਟੀਟਿਊਸ਼ਨਲ ਸਿਗਨੀਫਿਕੈਂਸ ਆਫ ਆਰਟੀਕਲ 13 ਕਲੌਜ਼ 2 ਇਨ ਦ ਕਨਸਟੀਟਿਊਸ਼ਨ ਆਫ ਇੰਡੀਆ। ਇਹਦੇ ਵਿੱਚ ਆਪਾਂ ਕੀ ਐਕਸਪਲੇਨ ਕਰਨਾ ਹੈ ਕਿ ਜਿਹੜਾ ਆਰਟੀਕਲ 13 ਕਲੌਜ਼ 2 ਹੈ ਜਿਹਦੇ ਵਿੱਚ ਆਹ ਗੱਲ ਕੀਤੀ ਗਈ ਹੈ ਕਿ ਜਿਹੜੇ ਪੋਸਟ ਕਨਸਟੀਟਿਊਸ਼ਨਲ ਲਾਅ ਹੁੰਦੇ ਹੈ ਜਾਂ ਫਿਰ ਜਿਹਨੂੰ ਲਾਅ ਵੀ ਕਿਹਾ ਜਾਂਦਾ ਹੈ, ਉਹ ਪੋਸਟ ਕਨਸਟੀਟਿਊਸ਼ਨਲ ਲਾਅ ਨੂੰ ਜੁਡੀਸ਼ੀਅਲ ਰਿਵਿਊ ਕਿਸ ਉਦਾਹਰਨ ਨਾਲ ਜਾਂ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਫੰਡਾਮੈਂਟਲ ਰਾਈਟ ਦੇ ਕੰਟੈਕਸਟ ਦੇ ਵਿੱਚ। ਠੀਕ ਹੈ, ਆਪਾਂ ਕਲਾਸ ਵਿੱਚ ਡਿਸਕਸ ਕਰਾਂਗੇ, ਜਿਹੜੇ GS ਦੀ ਕਲਾਸਾਂ ਲੱਗਣਗੀਆਂ ਆਰਟੀਕਲ 13 ਕਲੌਜ਼ 2 ਕੀ ਹੁੰਦਾ ਹੈ। ਠੀਕ ਹੈ, ਉਹਦੇ ਹਿਸਾਬ ਨਾਲ ਤੁਹਾਨੂੰ ਸਮਝ ਆ ਜਾਏਗਾ ਕਿ ਯਾਰ ਇਹਦੇ 'ਚ ਲਿਖਣਾ ਕੀ ਸੀ, ਤੇ 100 ਵਰਡ ਲਿਖਣਾ ਜ਼ਿਆਦਾ ਔਖੇ ਨਹੀਂ ਹੈ ਇਹੋ ਜਿਹੇ ਸਵਾਲ ਦੇ ਵਿੱਚ। ਤੀਜਾ ਸਵਾਲ ਆ ਗਿਆ, ਆ ਹੈ PCS 2015 ਦਾ ਸਵਾਲ। ਇਹਦੇ ਵਿੱਚ ਕੀ ਪੁੱਛਿਆ ਹੈ ਕਿ what is the nature and scope of secularism under the constitution? How do you think Indian secularism has strengthened or weakened our nation state? Elucidate with the examples। ਆ ਵੀ ਹੈ 200 ਵਰਡ ਦਾ ਸਵਾਲ। ਇਹਦੇ ਵਿੱਚ ਨਾ ਕੀ ਹੈ ਕਿ ਤੁਹਾਨੂੰ ਪਤਾ ਕੀ ਹੋਣਾ ਚਾਹੀਦਾ ਹੈ, ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਪਹਿਲੀ ਗੱਲ ਕਿ ਸੈਕੂਲਰਿਜ਼ਮ ਕੀ ਹੈ, ਕਿ what do you understand by the concept of secularism। ਠੀਕ ਹੈ, ਉਹ ਵੀ ਕਿਹੜਾ ਸੈਕੂਲਰਿਜ਼ਮ ਜਿਹੜਾ ਸਾਡੇ ਸੰਵਿਧਾਨ ਦੇ ਅੰਦਰ ਹੈ, ਕਿ ਸੈਕੂਲਰਿਜ਼ਮ ਦੇ ਕਈ ਸਾਰੇ ਡਿਫਰੈਂਟ ਮਾਡਲ ਹੁੰਦੇ ਹੈ, ਕਿ ਵੈਸਟਰਨ ਸੈਕੂਲਰਿਜ਼ਮ ਅੱਡ ਹੋ ਗਿਆ, ਇੰਡੀਅਨ ਸੈਕੂਲਰਿਜ਼ਮ ਅੱਡ ਹੋ ਗਿਆ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਇੰਡੀਅਨ ਸੈਕੂਲਰਿਜ਼ਮ ਕੀ ਹੈ, ਤੇ ਉਹ ਇੰਡੀਅਨ ਸੈਕੂਲਰਿਜ਼ਮ ਦੇ ਕੰਟੈਕਸਟ ਦਾ ਜਿਹੜਾ ਸਾਡੇ ਸੰਵਿਧਾਨ 'ਚ ਦਿੱਤਾ ਹੋਇਆ ਹੈ ਉਹ ਸੈਕੂਲਰਿਜ਼ਮ ਤੁਹਾਨੂੰ ਪਤਾ ਹੈ, ਤਾਂ ਆਹ ਪਹਿਲਾ ਪੋਰਸ਼ਨ ਤੁਹਾਨੂੰ ਪਤਾ ਲੱਗ ਗਿਆ ਕਿ ਆਉਣਾ ਕੀ ਹੈ ਇਹਦੇ 'ਚ। ਦੂਜੀ ਗੱਲ ਆਈ ਕਿ ਹਾਊ ਡੂ ਯੂ ਥਿੰਕ ਇੰਡੀਅਨ ਸੈਕੂਲਰਿਜ਼ਮ ਹੈਜ਼ ਸਟਰੈਂਥਨਡ ਔਰ ਵੀਕਨਡ ਆਰ ਨੇਸ਼ਨ ਸਟੇਟ। ਠੀਕ ਹੈ, ਕਿ ਜਿਵੇਂ ਸੈਕੂਲਰਿਜ਼ਮ ਹੈ ਕਿ ਸੈਕੂਲਰਿਜ਼ਮ ਨੇ ਸਾਡੇ ਦੇਸ਼ ਦੀ ਬਿਹਤਰੀ 'ਚ ਕੰਮ ਕੀਤਾ ਜਾਂ ਸੈਕੂਲਰਿਜ਼ਮ ਦੇ ਕੁਝ ਡਰਾਬੈਕਸ ਵੀ ਹੋਏ, ਸ਼ਾਰਟਫਾਲ ਵੀ ਹੋਏ, ਜਿਹਦੇ ਕਾਰਨ ਸਾਡੇ ਦੇਸ਼ ਨੂੰ ਕੋਈ ਨੁਕਸਾਨ ਭੁਗਤਣਾ ਪਿਆ। ਠੀਕ ਹੈ, ਜਿਵੇਂ ਕਹਿ ਸਕਦੇ ਹੋ ਤੁਸੀਂ ਯਾਰ ਕਿ ਪੋਜ਼ਿਟਿਵ 'ਚ ਕੀ ਆ ਸਕਦਾ ਸੈਕੂਲਰਿਜ਼ਮ ਦੇ, ਕਿ ਸਟਰੈਂਥਨ ਤਾਂ ਕੀਤਾ ਸੈਕੂਲਰਿਜ਼ਮ ਨੇ, ਤੁਸੀਂ ਇੰਜ ਤਾਂ ਕਹਿ ਨਹੀਂ ਸਕਦੇ ਕਿ ਵੀਕਨ ਕਰਤਾ ਸੈਕੂਲਰਿਜ਼ਮ ਨੇ। ਪਰ ਜੇ ਤੁਹਾਨੂੰ ਪੁੱਛਿਆ ਹੈ ਤਾਂ ਤੁਹਾਨੂੰ ਆ ਦੱਸਣਾ ਪੈਣਾ ਹੈ ਕਿ ਯਾਰ ਹਾਂ ਕੁਝ ਕੰਟੈਕਸਟ ਇਹੋ ਜਿਹੇ ਵੀ ਹੁੰਦੇ ਹੈ ਜਿਹਦੇ ਵਿੱਚ ਸੈਕੂਲਰਿਜ਼ਮ ਜਿਹੜਾ ਹੈ ਥੋੜਾ ਜਿਹਾ ਵੀਕਨਡ ਕਨਸੈਪਟ ਵੀ ਕਰਦਾ ਹੈ ਜਾਂ ਹਲਕਾ ਵੀ ਕਰਦਾ ਹੈ ਦੇਸ਼ ਨੂੰ, ਜਿਵੇਂ ਕਿ ਕਮਿਊਨਲਿਜ਼ਮ ਦੀ ਪ੍ਰੋਬਲਮ ਆਉਂਦੀ ਹੈ। ਠੀਕ ਹੈ, ਹੁੰਦਾ ਨਾ ਕਿ ਧਰਮ ਦੇ ਬੇਸਿਸ ਦੇ ਉੱਤੇ ਗੁੱਟ ਬਣ ਜਾਂਦੇ ਹੈ। ਠੀਕ ਹੈ, ਜਿਵੇਂ ਆਪਾਂ ਹੁਣੇ ਦਿੱਲੀ ਰਾਈਟ ਵੇਖੇ ਸੀਗੇ, ਗੁਜਰਾਤ ਸੀਗੇ, ਸਿੱਖ ਰਾਈਟ ਸੀਗੇ, ਆਹ ਧਰਮ ਦੇ ਬੇਸਿਸ ਦੇ ਉੱਤੇ ਗੁੱਟ ਬਣ ਜਾਂਦੇ ਆ, ਜਿਹਦੇ ਨਾਲ ਇੱਕ ਧਰਮ ਦੂਜੇ ਧਰਮ ਨਾਲ ਲੜਦਾ ਹੈ। ਜਿਹਦੀ ਸਭ ਤੋਂ ਮੁੱਖ ਜਿਹੜੀ ਐਗਜ਼ਾਮਪਲ ਹੈ ਉਹ ਆਪਾਂ ਦੇਖੀ 1947 ਦੇ ਵਿੱਚ, ਜਦ ਸਾਡੇ ਦੇਸ਼ ਦਾ ਪਾਰਟੀਸ਼ਨ ਹੋਇਆ, ਵੰਡ ਹੋਈ, ਇੱਕ ਹਿੰਦੁਸਤਾਨ ਬਣ ਗਿਆ, ਇੱਕ ਪਾਕਿਸਤਾਨ ਬਣ ਗਿਆ। ਉਹ ਕਿਸ ਬੇਸਿਸ ਤੇ ਬਣਿਆ ਸੀਗਾ? ਧਰਮ ਦੇ ਬੇਸਿਸ ਦੇ ਉੱਤੇ। ਤੇ ਉਹ ਕਮਿਊਨਲਿਜ਼ਮ ਦੀ ਪ੍ਰੋਬਲਮ ਹੈ ਜਿਹੜੀ ਥੋੜੀ ਬਹੁਤ ਸੈਕੂਲਰਿਜ਼ਮ ਨਾਲ ਵੀ ਐਸੋਸੀਏਟਡ ਹੁੰਦੀ ਹੈ, ਜਿਹਨੂੰ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਮਿਨੋਰਿਟੀ ਅਪੀਜ਼ਮੈਂਟ, ਹੈ ਨਾ। ਤੇ ਆਹ ਸਾਰੀ ਚੀਜ਼ਾਂ ਨਾਲ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਇਸ ਸਵਾਲ ਦੇ ਵਿੱਚ, ਕਿਉਂਕਿ ਉਹਨਾਂ ਨੇ ਕੀ ਪੁੱਛਿਆ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਇੰਡੀਅਨ ਸੈਕੂਲਰਿਜ਼ਮ ਨੇ ਸਾਡੇ ਦੇਸ਼ ਨੂੰ ਮਜ਼ਬੂਤ ਕੀਤਾ ਹੈ ਤੇ ਤੁਹਾਨੂੰ ਐਗਜ਼ਾਮਪਲ ਦੇਣੀ ਪੈਣੀ ਹੈ, ਤੇ ਜੇ ਤੁਸੀਂ ਕਹਿੰਦੇ ਹੋ ਕਿ ਇੰਡੀਅਨ ਸੈਕੂਲਰਿਜ਼ਮ ਸਾਡੇ ਦੇਸ਼ ਨੂੰ ਕਮਜ਼ੋਰ ਕੀਤਾ ਹੈ ਤੁਹਾਨੂੰ ਐਗਜ਼ਾਮਪਲ ਦੇਣੀ ਪੈਣੀ ਹੈ। ਪਰ ਸਿੱਧੀ ਜੀ ਗੱਲ ਹੈ, ਆਪਾਂ ਇੰਜ ਤਾਂ ਕਹਿ ਨਹੀਂ ਸਕਦੇ ਕਿ ਇੰਡੀਅਨ ਸੈਕੂਲਰਿਜ਼ਮ ਸਾਡੇ ਦੇਸ਼ ਨੂੰ ਕਮਜ਼ੋਰ ਕੀਤਾ। ਕਿਉਂ? ਕਿਉਂਕਿ ਸੈਕੂਲਰਿਜ਼ਮ ਜਿਹੜਾ ਹੈ ਉਹ ਬੇਸਿਕ ਸਟਰਕਚਰ ਆਫ ਦਾ ਕਨਸਟੀਟਿਊਸ਼ਨ ਦਾ ਪਾਰਟ ਹੈ।
ਤੁਸੀਂ ਇੰਜ ਕਦੀ ਨਹੀਂ ਕਹੋਗੇ ਕਿ ਸੰਵਿਧਾਨ ਨੇ ਸਾਡੇ ਦੇਸ਼ ਨੂੰ ਕਮਜ਼ੋਰ ਕਰਤਾ, ਸੰਵਿਧਾਨ ਦੇ ਕਿਸੇ ਮੁੱਖ ਪ੍ਰਿੰਸੀਪਲ ਨੇ ਜਾਂ ਸੰਵਿਧਾਨ ਦੇ ਕਿਸੇ ਮੁੱਖ ਵਿਸ਼ੇਸ਼ਤਾ ਨੇ ਸਾਡੇ ਦੇਸ਼ ਨੂੰ ਕਮਜ਼ੋਰ ਕਰਤਾ। ਆਹ ਕਹਿਣਾ ਤਾਂ ਸਾਡੇ ਵਾਸਤੇ ਇੱਕ ਬਲੰਡਰ ਹੋ ਜਾਊਗਾ। ਤਾਂ ਅਸੀਂ ਇੰਜ ਕਹਾਂਗੇ ਕਿ ਯਾਰ ਸੈਕੂਲਰਿਜ਼ਮ ਨੇ ਸਾਡੇ ਦੇਸ਼ ਨੂੰ ਮਜ਼ਬੂਤ ਕੀਤਾ ਹੈ। ਕਿਵੇਂ ਮਜ਼ਬੂਤ ਕੀਤਾ ਹੈ ਉਹ ਅਸੀਂ ਐਗਜ਼ਾਮਪਲ ਦੇ ਨਾਲ ਦੱਸਾਂਗੇ ਕਿ ਯਾਰ ਕਿ ਬੜਾ ਸਾਰਾ ਟੋਲਰੈਂਸ ਹੈ, ਬੜਾ ਸਾਰਾ ਪਿਆਰ ਹੈ ਜਿਹੜਾ ਸਾਡੇ ਲੋਕਾਂ ਨੂੰ ਦੇਖਣ ਨੂੰ ਮਿਲਦਾ ਹੈ, ਤੇ ਉਹਦੀ ਐਗਜ਼ਾਮਪਲ ਆਪਾਂ ਡਿਸਕਸ ਕਰਦੇ ਰਹਾਂਗੇ। ਅਗਲਾ ਸਵਾਲ ਜਿਹੜਾ ਸੀਗਾ ਕਿ ਪ੍ਰੀਐਮਬਲ ਇਜ਼ ਦ ਕੀ ਟੂ ਦ ਮਾਈਂਡਸ ਆਫ ਦ ਕਨਸਟੀਟਿਊਸ਼ਨ makers of the Indian constitution, discuss to what extent the spirit of the preamble prevails in practice। ਠੀਕ ਹੈ, ਜਦ ਇਹਦੀ ਗੱਲ ਆ ਰਹੀ ਹੈ ਮਾਈਂਡਸ ਆਫ ਦ ਕਨਸਟੀਟਿਊਸ਼ਨ ਮੇਕਰਸ ਦੀ, ਤਾਂ ਤੁਸੀਂ ਆਹ ਦੇਖੋ ਕਿ ਇਹਦੇ 'ਚ ਕੀ ਕੰਸੈਪਟ ਆ ਰਿਹਾ ਹੈ। ਇਹਦੇ 'ਚ ਪੁੱਛਿਆ ਜਾ ਰਿਹਾ ਹੈ ਕਿ ਆਹ ਸੁਪਰੀਮ ਕੋਰਟ ਨੇ ਇੱਕ ਜਜਮੈਂਟ ਦਿੱਤੀ ਸੀ, ਜਦ ਸੁਪਰੀਮ ਕੋਰਟ ਨੇ ਕੀ ਕਹਿਤਾ ਕਿ ਯਾਰ ਬੈਰੂਬਰੀ ਜਜਮੈਂਟ ਸੀ, ਸੁਪਰੀਮ ਕੋਰਟ ਨੇ ਕੀ ਕਹਿਤਾ, ਸੁਪਰੀਮ ਕੋਰਟ कहता कि ਪ੍ਰੀਐਮਬਲ ਇਜ਼ ਦ ਕੀ ਟੂ ਦ ਮਾਈਂਡਸ ਆਫ ਦ ਕਨਸਟੀਟਿਊਸ਼ਨ ਮੇਕਰ, ਕਿ ਜਦ ਤੁਹਾਨੂੰ ਕਦੀ ਕੋਈ ਪਰੇਸ਼ਾਨੀ ਹੋਵੇ, ਤੁਹਾਨੂੰ ਸੰਵਿਧਾਨ ਸਮਝ ਨਾ ਆ ਰਿਹਾ ਹੋਵੇ, ਦੈਨ ਯੂ ਕੈਨ ਆਲਵੇਜ਼ ਫਾਲ ਬੈਕ ਔਰ ਯੂ ਕੈਨ ਆਲਵੇਜ਼ ਰੈਫਰ ਟੂ ਦ ਕਨਸਟੀਟਿਊਸ਼ਨ ਔਰ ਬੇਸਿਕਲੀ ਟੂ ਦ ਪ੍ਰੀਐਮਬਲ। ਠੀਕ ਹੈ, ਤਾਂ ਜਦ ਅਸੀਂ ਪ੍ਰੀਐਮਬਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਨੇ ਪੁੱਛਿਆ ਹੈ ਕਿ ਯਾਰ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰੀਐਮਬਲ ਇਜ਼ ਦ ਕੀ ਟੂ ਦ ਮਾਈਂਡਸ ਆਫ ਦ ਕਨਸਟੀਟਿਊਸ਼ਨ ਮੇਕਰਸ, ਡਿਸਕਸ ਟੂ ਵਟ ਐਕਸਟੈਂਟ। ਨਾਓ ਪਹਿਲਾ ਸਵਾਲ ਆ ਨਹੀਂ ਹੈ ਕਿ ਵੈਦਰ ਦ ਪ੍ਰੀਐਮਬਲ ਇਜ਼ ਦ ਕੀ ਟੂ ਦ ਮਾਈਂਡਸ ਆਫ ਦ ਕਨਸਟੀਟਿਊਸ਼ਨ ਮੇਕਰਸ ਔਰ ਨਾਟ, ਆ ਤਾਂ ਇੱਕ ਸਟੇਟਮੈਂਟ ਹੈ। ਸਵਾਲ ਕੀ ਹੈ ਕਿ ਡਿਸਕਸ ਟੂ ਵਟ ਐਕਸਟੈਂਟ ਦ ਸਪਿਰਿਟ ਆਫ ਦ ਪ੍ਰੀਐਮਬਲ ਪ੍ਰੀਵੇਲਸ ਇਨ ਪ੍ਰੈਕਟਿਸ, ਕਿ ਅਸੀਂ ਆਹ ਦੱਸਣਾ ਹੈ ਕਿ ਜਿਹੜੀ ਪ੍ਰੀਐਮਬਲ 'ਚ ਮੁੱਖ ਚੀਜ਼ਾਂ ਦਿੱਤੀਆਂ ਹੋਈਆਂ ਹੈ, ਜਿਹੜੀ ਪ੍ਰੀਐਮਬਲ 'ਚ ਸਪਿਰਿਟ ਦਿੱਤੀ ਹੋਈ ਹੈ, ਜਿਹੜੀ ਕਿ ਹੈ ਜਸਟਿਸ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਜਾਂ ਫਿਰ ਆਪਾਂ ਜਿਹੜੀ ਗੱਲ ਕਰਦੇ ਹਾਂ ਸੈਕੂਲਰਿਜ਼ਮ ਦੀ, ਡੈਮੋਕ੍ਰੇਸੀ ਦੀ, ਕਿ ਆਹ ਸਾਰੀ ਵਿਸ਼ੇਸ਼ਤਾਵਾਂ ਜਿਹੜੀ ਸਪਿਰਿਟ ਹੈ, ਜਿਹੜੇ ਸਾਡੇ ਕਨਸਟੀਟਿਊਸ਼ਨ ਨੂੰ ਡਿਫਾਈਨ ਕਰਦੀਆਂ ਹੈ ਜਾਂ ਜਿਹੜੀ ਬੇਸਿਕ ਸਟਰਕਚਰ ਦਾ ਕਨਸਟੀਟਿਊਸ਼ਨ ਦਾ ਪਾਰਟ ਹੈ, ਕਿ ਕਿਆ ਆਹ ਸਾਰੀਆਂ ਵਿਸ਼ੇਸ਼ਤਾਵਾਂ, ਆਹ ਸਾਰੀ ਸਪਿਰਿਟ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਦਿੱਤੀਆਂ ਹੋਈਆਂ ਸਾਡੇ ਦੇਸ਼ ਵਿੱਚ ਲਾਗੂ ਹੁੰਦੀਆਂ ਕਿ ਨਹੀਂ ਹੁੰਦੀਆਂ, ਜਾਂ ਸਾਡੀ ਸੁਸਾਇਟੀ 'ਚ ਦੇਖਣ ਨੂੰ ਮਿਲਦੀਆਂ ਕਿ ਨਹੀਂ ਮਿਲਦੀਆਂ। ਤੇ ਸਵਾਲ ਆ ਸੀਗਾ, ਸਵਾਲ ਆ ਸਟੇਟਮੈਂਟ ਨਹੀਂ ਸੀਗੀ। ਠੀਕ ਹੈ ਜੀ, ਚਲੋ ਅੱਗੇ ਡਿਸਕਸ ਕਰਦੇ ਹਾਂ ਜੇ। ਤੇ ਜਿਹੜਾ ਅਗਲਾ ਸਵਾਲ ਆਇਆ, ਅਗਲਾ ਸਵਾਲ ਸੀਗਾ ਕਿ ਇਟ ਇਜ਼ ਦ ਡਿਊਟੀ ਆਫ ਦ ਮੈਜੋਰਿਟੀ ਟੂ ਇੰਸਟਿਲ ਕੌਨਫੀਡੈਂਸ ਇਨ ਦ ਮਾਈਨੋਰਿਟੀ। Conversely, the minorities must also look beyond narrow sectarian interests and work for the larger goal of real secular society in India. Evaluate in the light of the spirit of Indian constitution and Indian experience। ਆ ਫਿਰ ਉੱਥੇ ਗੱਲ ਆ ਗਈ ਜਿਹੜੀ ਆਪਾਂ 2 ਮਿੰਟ ਪਹਿਲਾਂ ਗੱਲ ਕਰ ਰਹੇ ਸੀਗੇ ਸੈਕੂਲਰਿਜ਼ਮ ਵਾਲੀ, ਕਿ ਕਮਿਊਨਲਿਜ਼ਮ ਹੋ ਗਿਆ, ਮਾਈਨੋਰਿਟੀ ਅਪੀਜ਼ਮੈਂਟ ਹੋ ਗਈ। ਤਾਂ ਉਹਨਾਂ ਨੇ ਆਹੀ ਗੱਲ ਕੀਤੀ ਹੋਈ ਆ। ਉਹਨਾਂ ਨੇ ਕਿਹਾ ਕਿ ਯਾਰ ਸਾਡੇ ਦੇਸ਼ ਵਿੱਚ ਅਸੀਂ ਕਮਿਊਨਲਿਜ਼ਮ ਦੇਖਣ ਨੂੰ ਮਿਲਦਾ ਹੈ ਜਾਂ ਗੁੱਟਬਾਜੀ ਦੇਖਣ ਨੂੰ ਮਿਲਦੀ ਹੈ। ਜਿਹੜੀ ਉਹ ਗੁੱਟਬਾਜੀ ਹੈ ਉਹ ਕਿਹਦੇ ਬੇਸਿਸ ਦੇ ਉੱਤੇ ਹੈ, ਦੈਟ ਇਜ਼ ਔਨ ਦ ਬੇਸਿਸ ਆਫ ਰਿਲੀਜਨ, ਜਾਂ ਧਰਮ ਦੇ ਬੇਸਿਸ ਦੇ ਉੱਤੇ ਸਾਨੂੰ ਦੇਖਣ ਨੂੰ ਮਿਲਦੀ ਹੈ। ਤੇ ਜਦ ਅਸੀਂ ਉਹ ਚੀਜ਼ ਨੂੰ ਦੇਖਦੇ ਹਾਂ ਕਿ ਧਰਮ ਦੇ ਬੇਸਿਸ ਵਿੱਚ ਚਾਹੇ ਮੈਜੋਰਿਟੀ ਹੋਵੇ ਜਾਂ ਮਾਈਨੋਰਿਟੀ ਹੋਵੇ, ਸਾਰੇ ਆਪਣੇ ਆਪਣੇ ਇੰਟਰਸਟ ਨੂੰ ਕੇਟਰ ਕਰਨ ਦੀ ਕੋਸ਼ਿਸ਼ ਕਰਦੇ ਹੈ, ਜਾਂ ਸਾਰੇ ਆਪਣੇ ਆਪਣੇ ਧਰਮ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈ। ਕਿ ਕੋਈ ਕਹਿੰਦਾ ਕਿ ਯਾਰ ਸਾਡੇ ਧਰਮ 'ਚ ਹੋਣਾ ਚਾਹੀਦਾ, ਕੋਈ ਕਹਿੰਦਾ ਸਾਡੇ ਧਰਮ 'ਚ ਹੋਣਾ ਚਾਹੀਦਾ, ਸਾਨੂੰ ਰਾਈਟ ਨਹੀਂ ਮਿਲ ਰਹੇ, ਸਾਨੂੰ ਰਾਈਟ ਨਹੀਂ ਮਿਲ ਰਹੇ। ਉਹ ਕੀ ਹੁੰਦਾ ਇੱਕ ਤਰ੍ਹਾਂ ਨਾਲ ਮਾਈਨੋਰਿਟੀ ਤੇ ਮੈਜੋਰਿਟੀ ਨੂੰ, ਕਿ ਦੇਸ਼ ਦੇ ਲੋਕਾਂ ਨੂੰ ਹੀ ਇੱਕ ਦੂਜੇ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੇ। ਉਹਨਾਂ ਨੇ ਕਿਹਾ ਕਿ ਯਾਰ ਇਹੋ ਜਿਹਾ ਟਾਈਮ ਆ ਗਿਆ ਹੈ ਕਿ ਸਾਨੂੰ ਮੈਜੋਰਿਟੀ ਨੂੰ ਆ ਕਰਨਾ ਚਾਹੀਦਾ ਕਿ ਜਿਹੜਾ ਮਾਈਨੋਰਿਟੀ ਹੈ ਉਹ ਆ ਫੀਲ ਨਾ ਕਰੇ ਕਿ ਸਾਡੇ ਦੇਸ਼ 'ਚ, ਠੀਕ ਹੈ, ਕਿ ਹਿੰਦੁਸਤਾਨ 'ਚ ਜਾਂ ਇੰਡੀਆ 'ਚ ਮਾਈਨੋਰਿਟੀ ਮੈਜੋਰਿਟੀ ਵਾਲਾ ਕਨਸੈਪਟ ਹੈ, ਕਿ ਮਾਈਨੋਰਿਟੀ ਨੂੰ ਇੰਜ ਫੀਲ ਹੋਏ ਕਿ ਮੈਜੋਰਿਟੀ ਉਹਨਾਂ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦਾ, ਜਾਂ ਮਾਈਨੋਰਿਟੀ ਇਹੋ ਜਿਹੇ ਕੰਮ ਕਰੇ ਕਿ ਉਹ ਮੈਜੋਰਿਟੀ ਜਾਂ ਦੇਸ਼ ਦੇ ਇੰਟਰਸਟ ਦੇ ਖਿਲਾਫ ਜਾਣ, ਜਾਂ ਸਿਰਫ ਆਪਣੀ ਕਮਿਊਨਿਟੀ ਦੀ ਗੱਲ ਕਰਨ। ਤਾਂ ਉਹਨਾਂ ਨੇ ਕਿਹਾ ਕਿ ਇਸ ਕੰਟੈਕਸਟ ਦੇ ਵਿੱਚ ਇਵੈਲੂਏਟ ਕਰੋ ਕਿ in the light of Indian constitution and Indian experience, ਕਿ ਸਾਨੂੰ ਅਸੀਂ ਆਹ ਦੱਸਣਾ ਹੈ ਕਿ ਸਾਡਾ ਸੰਵਿਧਾਨ ਕਿਤੇ ਵੀ ਆ ਨਹੀਂ ਕਹਿੰਦਾ ਕਿ whether you are minority or you are majority, you have something separate. Everybody is citizen of India irrespective of religion, irrespective of race, irrespective of caste, irrespective of sex, irrespective of place of birth। ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਸਾਡਾ ਸੰਵਿਧਾਨ ਕਰਨ ਨੂੰ ਨਹੀਂ ਕਹਿੰਦਾ, ਪਰ ਜਦ ਕਿ ਲੋਕ ਡਿਸਕ੍ਰਿਮੀਨੇਸ਼ਨ ਕਰਦੇ ਹੈ ਉਹ ਅੱਡ ਚੀਜ਼ ਹੈ। ਠੀਕ ਹੈ, ਤੇ ਇਸ ਸਵਾਲ ਦੇ ਵਿੱਚ ਆਹ ਦੱਸਣਾ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਜਾਂ ਕਿਸ ਤਰ੍ਹਾਂ ਸਾਡਾ ਸੰਵਿਧਾਨ ਜਾਂ ਸਾਡਾ ਕਨਸਟੀਟਿਊਸ਼ਨ ਆ ਕਹਿੰਦਾ ਹੈ ਕਿ ਆਪਾਂ ਮੈਜੋਰਿਟੀ ਤੇ ਮਾਈਨੋਰਿਟੀ ਇੱਕ ਦੂਜੇ ਨਾਲ ਮਿਲ ਕੇ ਰਹਿਣ, ਤੇ ਉਹ ਕੀ ਸਾਡੇ ਦੇਸ਼ ਦੀ ਜਾਂ ਸੁਸਾਇਟੀ 'ਚ ਰਿਫਲੈਕਟ ਹੋਈ ਹੈ ਕਿ ਨਹੀਂ। ਤੀਜੀ ਚੀਜ਼ ਆ ਗਈ, ਅਗਲਾ ਸਵਾਲ ਆ ਗਿਆ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਇਜ਼ ਸੈਕਰੋਸੈਂਟ। ਆ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਇਜ਼ ਸੈਕਰੋਸੈਂਟ, ਆ ਬੇਸਿਕਲੀ ਤੁਹਾਡਾ ਕੀ ਆ ਗਿਆ, ਆਰਟੀਕਲ 19 ਕਲੌਜ਼ 1 ਸਬ ਕਲੌਜ਼ A ਆਫ ਦ ਕਨਸਟੀਟਿਊਸ਼ਨ, ਜਿਹੜਾ ਫੰਡਾਮੈਂਟਲ ਰਾਈਟ ਦਾ ਇੱਕ ਬੜਾ ਹੀ ਮੁੱਖ ਆਰਟੀਕਲ ਹੈ, ਬੜਾ ਹੀ ਇੰਪੋਰਟੈਂਟ ਆਰਟੀਕਲ ਹੈ। ਕਿ ਸੁਪਰੀਮ ਕੋਰਟ ਨੇ ਤਾਂ ਇੱਥੇ ਤੱਕ ਕਹਿਤਾ ਕਿ ਜਿਹੜਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਆ ਇਨਐਲੀਏਨੇਬਲ ਰਾਈਟ ਹੈ। ਜਦ ਅਸੀਂ ਗੱਲ ਕਰ ਰਹੇ ਹਾਂ ਇਨਐਲੀਏਨੇਬਲ ਰਾਈਟ ਹੈ,
ਇਨਐਲੀਨੇਬਲ ਰਾਈਟ ਦਾ ਮਤਲਬ ਕੀ ਹੈ ਕਿ ਯਾਰ ਅਸੀਂ ਲੋਕਾਂ ਤੋਂ ਅਲੱਗ ਨਹੀਂ ਕਰ ਸਕਦੇ। ਜੇ ਕੋਈ ਬੰਦਾ ਪੈਦਾ ਹੋਇਆ ਹੈ ਤੇ ਉਹਨੂੰ ਮੈਥਡ ਆਫ ਕਮਿਊਨੀਕੇਸ਼ਨ ਤੇ ਮੋਡ ਆਫ ਕਮਿਊਨੀਕੇਸ਼ਨ ਦਾ ਚਾਹੀਦਾ ਹੈ, ਤੇ ਉਹਦੇ ਵਾਸਤੇ ਮੋਡ ਆਫ ਕਮਿਊਨੀਕੇਸ਼ਨ ਕੀ ਹੋ ਸਕਦਾ? ਗੱਲਬਾਤ, ਸਪੀਚ ਐਂਡ ਐਕਸਪ੍ਰੈਸ਼ਨ। ਠੀਕ ਹੈ, ਤੇ ਉਹਨਾਂ ਨੇ ਕਿਹਾ ਕਿ ਯਾਰ ਫਰੀडम ऑफ स्पीच एंड एक्सप्रेशन इज सैक्रोसेंट। 100 वर्ड्स एक्सप्लेन करो कि यार ये बड़ा इंपॉर्टेंट है, सेक्रेड है। यार जो बंदा पैदा होया है तो थॉट है, एक्सप्रैशन, जे थानू थॉट की पावर है तो एक्सप्रैशन की पावर भी तो होनी चाहिए है। तो उस कॉन्टैक्स्ट के सवाल है। ठीक है, तो आप इन्हों दस सकते हैं 100 वर्ड्स लिखना कोई बड़ी बहुत बड़ी गल नहीं है जे थोड़ा पता है कि फ्रीडम ऑफ स्पीच एंड एक्सप्रैशन की इंपॉर्टेंस की है साडे संविधान कि एक आदमी की जिंदगी कि फंडामेंटल राइट के कॉन्टैक्ट। ठीक है, उस तो बाद अगला सवाल फिर आर्टिकल 19 के नाल रिलेटेड है। दैट इज आर्टिकल 19 ऑफ द इंडियन कॉन्स्टिट्यूशन सीक्स टू मेनटेन अ बैलेंस बिटवीन इंडिविजुअल फ्रीडम एंड सोशल कंट्रोल। ठीक है, ਉਹਦੇ ਵਿੱਚ ਕੀ ਗੱਲ ਆ ਗਈ ਕਿ ਆਰਟੀਕਲ 19 ਜਿਹੜਾ ਹੈ ਉਹ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇੰਡੀਵਿਜੂਅਲ ਫਰੀडम ਐਂਡ ਸੋਸ਼ਲ ਕੰਟਰੋਲ। ਆ ਕਿਸ ਬੇਸਿਸ ਦੇ ਉੱਤੇ ਆਏਗਾ ਕਿ ਇੰਡੀਵਿਜੂਅਲ ਫਰੀडम ਤਾਂ ਦਿੱਤੀ ਹੋਈ ਹੈ ਪਰ ਨਾਲ ਹੀ ਨਾਲ ਰੈਸਟ੍ਰਿਕਸ਼ਨਸ ਦੀ ਗੱਲ ਵੀ ਕੀਤੀ ਹੋਈ ਹੈ, ਜਿਹੜਾ ਆਰਟੀਕਲ 19 ਕਲੌਜ਼ 2 3 4 5 ਤੇ 6 ਚ ਗੱਲ ਕੀਤੀ ਹੋਈ ਹੈ ਕਿ ਆਪਣਾ ਆਰਟੀਕਲ 19 ਕਲੌਜ਼ 1 ਸਬ ਕਲੌਜ਼ A ਤੋਂ ਲੈ ਕੇ G ਤੱਕ ऑब्वियस दी गल है विच F जिहड़ा है वो एलिमिनेटेड है राइट टू प्रॉपर्टी, पर जिहड़ा मोटा मोटा आपां कहिए आर्टिकल 19 क्लॉज 1 है, 19 क्लॉज 1 गल करदा है राइट्स दी। ठीक है, पर जिहड़ा 19 क्लॉज 2 3 4 5 ते 6 ਉਹ ਜਿਹੜੀ ਗੱਲ ਕਰਦੇ ਹੈ ਉਹ ਕਿਹਦੀ ਗੱਲ ਕਰਦੇ ਹੈ? ਉਹ ਗੱਲ ਕਰਦੇ ਹੈ ਸੋਸ਼ਲ ਕੰਟਰੋਲ ਜਾਂ ਰੈਸਟ੍ਰਿਕਸ਼ਨਸ ਦੀ। ਤੇ ਆਰਟੀਕਲ 19 ਜਿਹੜਾ ਹੈ ਆਰਟੀਕਲ 19 ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਆਪਣਾ ਰਾਈਟਸ ਤੇ ਰੈਸਟ੍ਰਿਕਸ਼ਨਸ, ਤੇ ਆਪਾਂ ਉਸ ਕੰਟੈਕਸਟ ਇਹਨੂੰ ਐਕਸਪਲੇਨ ਕਰਨਾ ਸੀਗਾ 100 वर्ड्स। अगला जो सवाल आ गया वो आ गया कि कमेंट ऑन द नेचर ऑफ स्कोप ऑफ आर्टिकल 368। ठीक है, आप देखिए सीगा सिलेबस वर्ड अमेंडमेंट मैंशन सीगा, तो अमेंडमेंट के हिसाब नाल आर्टिकल 368 के उत्ते उन्होंने सवाल पूछ लिया एज द प्रोविजन ऑफ द कॉन्स्टिट्यूशनल डेवलपमेंट। ठीक है, आर्टिकल 368 के बेसिस उत्ते असीं किस तरह संविधान को डेवलप किया। आ शुरू हो जाना सीगा आपां उत्थों शंकरी प्रसाद केस तो, पिछे जाना सीगा आपां गोलकनाथ केस की गल करनी सीगी, केशवनंदा भारती केस की गल करनी सीगी। तो जिहड़े बेसिक केसिस है जिन्होंने संविधान की डेवलपमेंट या एवोल्यूशन च मदद की, आपां उन्हां सारे केसिस की गल करनी सी इस पर्टिकुलर क्वेश्चन च। ठीक है, इस तो बाद सवाल आ गया वट वाई एंड हु आर वी द फर्स्ट वर्ड ऑफ प्रीएम्बल इन द ऑफ द वर्ड ऑफ द प्रीएम्बल। ये वी जितों की वी द पीपल ऑफ इंडिया कि उन्होंने सब तो ज़्यादा राइट दिते हुए, दे आर द सुप्रीम अथॉरिटी, दे आर द सुप्रीम पावर होल्डर्स। तो आ गल करनी सी इस पर्टिकुलर आपां क्वेश्चन दे विच। ठीक है जी, तो जिहड़े पहला पोर्शन सीगा सिलेबस दा वो है। दूजा पोर्शन जिहड़ा सिलेबस दिता होया है वो है फंक्शनस एंड रिस्पॉन्सिबिलिटीज ऑफ यूनियन स्टेट्स, इशूज एंड चैलेंजेस परटेनिंग टू फैडरल स्ट्रक्चर। बड़ा इंपॉर्टेंट है, फैडरल स्ट्रक्चर दे विच सवाल भी बहुत आए हैं। डेवोल्यूशन ऑफ पावर्स एंड फाइनेंसिस अप टू लोकल लैवल्स एंड चैलेंजेस देयरइन। जे तुसीं हिसाब लाओगे देखोगे कि सारे क्वेश्चन जिहड़े है ऑलमोस्ट उस हिसाब नाल आए हैं जिहड़ा उस टाइम करंट जे डाउट चल रहा सीगा, करंट च अंडर न्यूज़ चल रहा सीगा। पहला 2013 सवाल आया कोऑपरेटिव फैडरलिज्म के उत्ते, कित्थों आया? सीधा चक के पाया फैडरल स्ट्रक्चर के उत्ते कि कोऑपरेटिव फैडरलिज्म की हुंदा है, तो हिंदुस्तान च कोऑपरेटिव फैडरलिज्म की कुछ बेसिक एग्जाम्पल दो। दूजा सवाल की आ गया आर्टिकल 156 क्लॉज 3 दे विच आ किवें आ गया जिहड़े चैलेंजेस है परटेनिंग टू फैडरल स्ट्रक्चर। ठीक है जी, चैलेंजेस परटेनिंग टू फैडरल स्ट्रक्चर के उत्ते 156 क्लॉज 3 के बेसिस ते सवाल पूछ लिया उन्होंने। क्या पूछा उन्होंने कि यार गवर्नर शैल डिस्पेंस द टर्म ऑफ 5 years फ्रॉम द डेट ऑन विच ही एंटर्स द ऑफिस। किवें पूछा गया? आ गल आ गई वो गवर्नर वाली, क्योंकि साडे देश च जिहड़ा गवर्नर है ही इज कंसिडर्ड टू बी द लिंचपिन ऑफ फैडरलिज्म। पर संविधान के हिसाब नाल या सुप्रीम कोर्ट के हिसाब नाल तां गवर्नर जिहड़ा बड़ा इंपॉर्टेंट पोजीशन है, इज द कॉन्स्टिट्यूशनल हेड ऑफ द स्टेट। पर की एक्चुअलिटी च गवर्नर उहो जिहा रोल प्ले करदा है? तो गवर्नर क्यों नहीं रोल प्ले कर सकता? क्योंकि इसकी फिक्सड टेन्योर नहीं है। तो उस कॉन्टैक्स्ट आ सवाल सानू देखना पैना है कि यार उस टाइम पे कॉन्ट्रोवर्सी आई सी क्योंकि सरकारां बदलदियां जिवें जिवें, ते नाल ही नाल जिहड़ा है स्टेट के गवर्नर चेंज होंदे रहिंदे आ। तुसीं हिसाब लाओ, तुसीं पिछले जे चक के देखोगे ना अखबारां या हिस्टरी हिंदुस्तान की, तुहानूं की पता लगेगा जद जद सरकार बदलती है, ठीक है, जिवें कांग्रेस तो बीजेपी आ गई, जब बीजेपी तो फिर कांग्रेस आ गई, तो जिहड़े जिहड़े बीजेपी के गवर्नर है वो कांग्रेस आके चक दिंदी है, जिहड़े कांग्रेस के गवर्नर वो बीजेपी आके चक दिंदी है। तो उन्होंने कहा कि गवर्नर कोई खड़ाउणा थोड़ी है, गवर्नर स्टेट का संविधानिक हैड है। ठीक है, तो उन्हें थोड़ी इज्जत तो देनी चाहिए है। तो उस हिसाब नाल उस कॉन्टैक्स्ट दे विच आ सवाल पूछा गया सीगा। इस तो बाद सवाल आया आर्टिकल 370 के उत्ते। हुण तो चलो आर्टिकल 370 वाला मुद्दा थोड़ा जिहा घट गया, क्योंकि आर्टिकल 370 की पावर इस्तेमाल करते हुए उन्होंने जम्मू एंड कश्मीर का जो रिलेशनशिप सीगा वो चेंज करता हिंदुस्तान के नाल। पर उस टाइम के उत्ते आर्टिकल 370 जिहड़ा सीगा उहदे उत्ते पूछ लिया कि स्पैशल स्टेटस की है।
ठीक है, मतलब ਜਿਹੜਾ ਆਪਣੇ ਸਪੈਸ਼ਲ ਸਟੇਟਸ ਵਾਲਾ ਆਰਟੀਕਲ ਹੈ, ਜਿਵੇਂ ਕਿ ਆਰਟੀਕਲ ਆਪਣਾ 371 ਹੈ, ਸਪੈਸ਼ਲ ਸਟੇਟਸ ਵਾਲਾ ਆਰਟੀਕਲ 371 ਹੈ, ਉਹਦੇ ਵਿੱਚ ਸਾਨੂੰ ਸਵਾਲ ਪੁੱਛੇ ਜਾ ਸਕਦੇ ਹੈ। ਠੀਕ ਹੈ, ਇਸ ਤੋਂ ਬਾਅਦ ਸਵਾਲ ਆ ਗਿਆ ਉਹੀ ਫਿਰ ਫੈਡਰਲਿਜ਼ਮ ਦੇ ਉੱਤੇ। ਕੁਆਸੀ ਫੈਡਰਲਿਜ਼ਮ ਇਨ ਇੰਡੀਆ ਇਜ਼ ਬਿਕਮਿੰਗ ਇਨਕਰੀਜ਼ਿੰਗਲੀ ਯੂਨਿਟਰੀ, ਡਿਬੇਟ ਇੰਡੀਅਨ ਫੈਡਰਲ ਸਟਰਕਚਰ ਇਨ ਦ ਕੰਟੈਕਸਟ ਆਫ ਕੋਆਪਰੇਟਿਵ ਫੈਡਰਲਿਜ਼ਮ, ਕਿ ਸਾਡੇ ਦੇਸ਼ 'ਚ ਜਿਹੜਾ ਫੈਡਰਲ ਸਟਰਕਚਰ ਹੈ ਸੰਵਿਧਾਨ ਦੇ ਹਿਸਾਬ ਨਾਲ ਉਹ ਕੁਆਸੀ ਫੈਡਰਲਿਜ਼ਮ ਹੈ, ਵੇਅਰ ਯੂਨਿਟਰੀ ਔਰ ਯੂਨੀਅਨ ਇਜ਼ ਹੈਵਿੰਗ ਮੋਰ ਪਾਵਰ ਐਜ਼ ਕੰਪੇਅਰ ਟੂ ਪ੍ਰੋਵਿੰਸਿਸ। ਕਹਿੰਦੇ ਇੱਕ ਪਾਸੇ ਤੁਸੀਂ ਸੰਵਿਧਾਨ 'ਚ ਆਹ ਚੀਜ਼ ਦਿੱਤੀ ਹੋਈ ਹੈ ਕਿ ਯੂਨੀਅਨ ਜ਼ਿਆਦਾ ਪਾਵਰਫੁਲ ਹੈ ਪ੍ਰੋਵਿੰਸਿਸ ਦੇ ਹਿਸਾਬ ਨਾਲ, ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕੋਆਪਰੇਟਿਵ ਫੈਡਰਲਿਜ਼ਮ। ਠੀਕ ਹੈ, ਤੇ ਉਸ ਚੀਜ਼ ਨੂੰ ਡਿਸਕਸ ਕਰਨ ਨੂੰ ਇਹਨਾਂ ਨੇ ਕਿਹਾ ਹੈ। ਤੀਜੀ ਗੱਲ ਫਿਰ ਉਹੀ ਆ ਗਈ ਸਵਾਲ ਆਪਣਾ, ਫੈਡਰਲ ਪ੍ਰਿੰਸੀਪਲਸ ਇਜ਼ ਵਨ ਆਫ ਦ ਬੇਸਿਕ ਫੀਚਰਸ of Indian constitution, but it is equally true that federalism under the Indian constitution leans in favor of strong center that militates against the concept of federalism. Discuss ਆਹ ਸਵਾਲ ਨਾ ਇਹੋ ਜਿਹਾ ਇੱਕ ਸੇਮ ਸਵਾਲ UPSC ਨੇ ਵੀ ਪੁੱਛਿਆ ਸੀਗਾ 2014-15 ਦੇ ਆਸ-ਪਾਸ, ਤੇ PCS ਨੇ ਵੀ ਉਹੋ ਜਿਹਾ ਸਵਾਲ ਪੁੱਛ ਲਿਆ। ਤੁਸੀਂ ਹਿਸਾਬ ਲਾਓ ਕਿ ਜਿਹੜਾ ਆਪਣਾ ਸੈਕਿੰਡ ਪੋਰਸ਼ਨ ਹੈ, ਇਸ ਸੈਕਿੰਡ ਪੋਰਸ਼ਨ 'ਚ ਮੈਕਸਿਮਮ ਸਵਾਲ ਕਿਹੜੇ ਸਬਜੈਕਟ ਟੌਪਿਕ ਤੋਂ ਆਏ ਹੈ, ਮੈਕਸਿਮਮ ਸਵਾਲ ਜਿਹੜੇ ਹੈ ਉਹ ਆਪਾਂ ਦੇਖੀਏ ਤਾਂ ਉਹ ਇਸ ਪੋਰਸ਼ਨ ਤੋਂ ਆਏ ਹੈ, ਜਿਹੜਾ ਆਪਣਾ ਹੈ ਚੈਲੰਜਸ ਪਰਟੇਨਿੰਗ ਟੂ ਫੈਡਰਲ ਸਟਰਕਚਰ। ਠੀਕ ਹੈ ਜੀ, ਤੇ ਆਹ ਸਾਰੇ ਆਪਾਂ ਜਦ ਫੈਡਰਲ ਸਟਰਕਚਰ ਡਿਸਕਸ ਕਰਾਂਗੇ ਕਲਾਸ 'ਚ, ਇਹਨਾਂ 'ਚ ਆਪਾਂ ਪੜ੍ਹਦੇ ਹਾਂ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਸਵਾਲ ਤੁਸੀਂ ਕਿਵੇਂ ਅਟੈਂਪਟ ਕਰਨਾ ਹੈ, ਕਿ ਕਿਹੜੇ ਪੋਰਸ਼ਨ 'ਚੋਂ ਜ਼ਿਆਦਾ ਸਵਾਲ ਆਉਂਦੇ ਹੈ। ਇਸ ਤੋਂ ਬਾਅਦ ਆ ਗਿਆ ਸੈਪਰੇਸ਼ਨ ਆਫ ਪਾਵਰਸ ਬਿਟਵੀਨ ਵੇਰੀਅਸ ਆਰਗਨਸ, ਡਿਸਪਿਊਟ ਰਿਡਰੈਸਲ ਮੈਕੈਨਿਜ਼ਮ ਐਂਡ ਇੰਸਟੀਟਿਊਸ਼ਨਸ, ਕਿ ਜਿਹੜੇ ਸੈਪਰੇਸ਼ਨ ਆਫ ਪਾਵਰ ਹੈ, ਕਿ ਜਿਵੇਂ ਤਿੰਨ ਆਪਣੇ ਆਰਗਨਸ ਹੈ, ਯੂਨੀਅਨ, ਲੈਜਿਸਲੇਚਰ ਤੇ ਜੁਡੀਸ਼ਰੀ, ਤੇ ਯੂਨੀਅਨ, ਲੈਜਿਸਲੇਚਰ ਤੇ ਜੁਡੀਸ਼ਰੀ ਦੇ ਹਿਸਾਬ ਨਾਲ ਕਿਆ ਉਹਨਾਂ ਦੀ ਸੈਪਰੇਸ਼ਨ ਆਫ ਪਾਵਰ 'ਚ ਕੋਈ ਪ੍ਰੋਬਲਮ ਹੈ ਕਿ ਆ ਸਕਦੀ ਹੈ, ਆਹ ਸਾਰੀ ਚੀਜ਼ਾਂ ਆਪਾਂ ਡਿਸਕਸ ਕਰ ਰਹੀਆਂ ਇਸ ਪਰਟੀਕੂਲਰ ਸਵਾਲ 'ਚ। ਇਹਦੇ 'ਚ ਪੁੱਛਿਆ ਗਿਆ ਕ੍ਰਿਟੀਕਲ ਐਗਜ਼ਾਮਿਨ ਦ ਡਾਕਟਰੀਨ ਆਫ ਸੈਪਰੇਸ਼ਨ ਆਫ ਪਾਵਰਸ, ਕਿ ਜਿਹੜੀ ਮੌਂਟੈਸਕਿਊ ਨੇ ਸੈਪਰੇਸ਼ਨ ਆਫ ਪਾਵਰ ਦੀ ਡਾਕਟਰੀਨ ਦਿੱਤੀ ਸੀਗੀ, ਉਹਦੇ ਬਾਰੇ ਗੱਲ ਕਰਨ ਨੂੰ ਕਿਹਾ ਇਨ ਦ ਕੰਟੈਕਸਟ ਆਫ ਇੰਡੀਅਨ ਕਨਸਟੀਟਿਊਸ਼ਨ, ਕਿ ਕਿਆ ਹਿੰਦੁਸਤਾਨ ਦੇ ਸੰਵਿਧਾਨ 'ਚ ਆਪਾਂ ਦੇਖ ਸਕਦੇ ਹਾਂ ਕਿ ਯੂਨੀਅਨ, ਲੈਜਿਸਲੇਚਰ ਤੇ ਜੁਡੀਸ਼ਰੀ ਜਿਹੜਾ ਹੈ ਉਹ ਸੈਪਰੇਟ ਪਾਵਰ ਅਸ਼ੋਰ ਕਰਦਾ ਹੈ। ਇਹੋ ਜਿਹਾ ਸੇਮ ਸਵਾਲ ਇੱਕ ਤਰ੍ਹਾਂ ਦਾ UPSC ਨੇ 2000 ਪਿਛਲੇ ਸਾਲ ਦੇ 19 ਦੇ ਮੇਨਸ ਵੀ ਪੁੱਛਿਆ ਸੀਗਾ। ਠੀਕ ਹੈ, ਤੇ ਆਹ ਸਵਾਲ ਅਟੈਂਪਟ ਕਰਨਾ ਬੜਾ ਆਸਾਨ ਹੈ ਜੇ ਤੁਹਾਨੂੰ ਪਤਾ ਹੈ ਕਿ ਸੈਪਰੇਸ਼ਨ ਆਫ ਪਾਵਰ ਦਾ ਕਨਸੈਪਟ ਕੀ ਹੈ, ਚੈਕਸ ਐਂਡ ਬੈਲੈਂਸਿਸ ਦਾ ਕਨਸੈਪਟ ਕੀ ਹੈ। ਇਸ ਤੋਂ ਬਾਅਦ ਸਵਾਲ ਆਇਆ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ ਦਾ ਟੌਪਿਕ ਆਇਆ, ਉਹਦੀ ਸਟਰਕਚਰ, ਉਹਦੀ ਫੰਕਸ਼ਨਿੰਗ ਤੇ ਕੰਡਕਟ ਆਫ ਬਿਜ਼ਨਸ, ਪਾਵਰਸ ਐਂਡ ਪ੍ਰਿਵਿਲੇजेस ਐਂਡ ਇਸ਼ੂਜ਼ ਅਰਾਈਜ਼ਿੰਗ ਆਊਟ ਆਫ ਦਿਸ। ਮਤਲਬ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ ਦੇ ਬਾਰੇ ਪੁੱਛਿਆ ਕਿ ਉਹਦਾ ਸਟਰਕਚਰ ਕੀ ਹੈ, ਫੰਕਸ਼ਨਿੰਗ ਦੀ ਗੱਲ ਹੋਈ, ਤੇ ਕੰਡਕਟ ਆਫ ਬਿਜ਼ਨਸ, ਕਿ ਕਿਆ ਜਿਹੜਾ ਤੁਹਾਡਾ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ ਹੈ ਉਹ ਪ੍ਰੋਬਲਮ ਫੇਸ ਕਰਦਾ ਹੈ। ਠੀਕ ਹੈ ਨਾ, ਤੁਸੀਂ ਆਪ ਹਿਸਾਬ ਲਾਓ ਕਿ ਅਸੀਂ ਐਪਲੀਕੇਸ਼ਨ ਦੀ ਗੱਲ ਕਰ ਰਹੇ ਹਾਂ, ਅਸੀਂ ਐਪਲੀਕੇਸ਼ਨ ਜਦ ਦੇਖ ਰਹੇ ਹਾਂ ਸਾਨੂੰ ਕੀ ਦੇਖਣਾ ਹੈ ਕਿ ਯਾਰ ਪਾਰਲੀਮੈਂਟ ਦਾ ਸਟਰਕਚਰ ਹੈ, ਸਟੇਟ ਦਾ ਸਟਰਕਚਰ ਹੈ, ਉਹ ਕਿਸ ਤਰ੍ਹਾਂ ਫੰਕਸ਼ਨ ਕਰਦਾ ਹੈ, ਉਹਦੀ ਇੰਪੋਰਟੈਂਸ ਕੀ ਹੈ, ਤੇ ਉਹ ਕਿਸ ਹਿਸਾਬ ਨਾਲ ਪ੍ਰੋਬਲਮਸ ਫੇਸ ਕਰਦਾ ਹੈ। ਤੇ ਸਭ ਤੋਂ ਪਹਿਲਾਂ ਸਵਾਲ ਆ ਗਿਆ ਵਾਸ਼ਿੰਗ ਆਊਟ ਆਫ ਪਾਰਲੀਮੈਂਟਰੀ ਸੈਸ਼ਨਸ। ਯਾਰ ਉਸ ਟਾਈਮ ਨਾ ਪਾਰਲੀਮੈਂਟਰੀ ਸੈਸ਼ਨ ਜਿਹੜੇ ਸੀ ਨਾ 2010 ਤੋਂ ਲੈ ਕੇ 2014 ਤੱਕ, ਜਦ ਤੱਕ ਆਪਣੀ ਨਵੀਂ ਸਰਕਾਰ ਨਹੀਂ ਆਈ ਸੀ, ਕਿ ਤਦ ਤੱਕ ਸਾਡੇ ਦੇਸ਼ ਦੇ ਵਿੱਚ ਪਾਰਲੀਮੈਂਟਰੀ ਸੈਸ਼ਨ ਜਿਹੜੇ ਸੀ ਬਹੁਤ ਜ਼ਿਆਦਾ ਵੇਸਟ ਜਾਂਦੇ ਰਹੇ। ਹੁਣ ਵੀ ਪਾਰਲੀਮੈਂਟਰੀ ਸੈਸ਼ਨਸ ਬਹੁਤ ਵੇਸਟ ਜਾਂਦੇ ਹੈ, ਜਿਹਦੇ ਵਿੱਚ ਆਪੋਜੀਸ਼ਨ ਪਾਰਟੀ ਆਉਂਦੀ ਹੈ, ਨਾਰੇ ਲਾ ਕੇ ਚਲੀ ਜਾਂਦੀ ਹੈ। ਆ ਪੰਜਾਬ ਦਾ ਤੁਸੀਂ ਅਕਸਰ ਵੇਖਦੇ ਹੋ ਕਿ ਆਪੋਜੀਸ਼ਨ ਪਾਰਟੀ ਆਉਂਦੀ ਹੈ, ਸਰਕਾਰ ਉਹਦੇ ਨਾਰੇ ਲਾਉਂਦੀ ਹੈ ਪੰਜਾਬ ਵਿਧਾਨ ਸਭਾ 'ਚ, ਤੇ ਸਰਕਾਰ ਕਹਿੰਦੀ ਕਿ ਚਲੋ ਵੀ ਕੰਮ ਨੂੰ ਚਲੋ ਬਾਹਰ ਜਾ ਕੇ ਡਿਸਕਸ਼ਨ ਕਰਾਂਗੇ। ਉਹ ਕੀ ਹੁੰਦਾ, ਸੈਸ਼ਨ ਜਿਹੜਾ ਹੈ ਉਹ ਵੇਸਟ ਹੁੰਦਾ ਹੈ। ਤੇ ਪਾਰਲੀਮੈਂਟ ਸੈਸ਼ਨ ਦੇ ਵੇਸਟੇਜ ਦੀ ਗੱਲ ਆਈ ਕਿ ਕਿਸ ਤਰ੍ਹਾਂ ਨਾਲ ਇਹਨੇ ਪਾਰਲੀਮੈਂਟ ਦੀ ਫੰਕਸ਼ਨ ਉੱਤੇ ਸਵਾਲ ਖੜਾ ਕਰਤਾ ਕਿ ਪਾਰਲੀਮੈਂਟ ਦਾ ਕੰਮ ਹੈ ਲਾਅ ਨੂੰ ਡਿਸਕਸ ਕਰਕੇ ਲਾਅ ਬਣਾਉਣਾ। ਜਦ ਡਿਸਕਸ਼ਨ ਹੀ ਨਹੀਂ ਹੋ ਰਹੀ ਤਾਂ ਫਿਰ ਲਾਅ ਕਿਵੇਂ ਬਣੇਗਾ? ਠੀਕ ਗੱਲ ਹੈ। ਤੇ ਉਸ ਹਿਸਾਬ ਨਾਲ ਕੀ ਹੋਇਆ ਕਿ ਲੋਕੀ ਆਉਂਦੇ ਆ, ਜੇ ਤੁਹਾਨੂੰ ਸਪੋਜ਼ ਕਰੋ ਫॉर ਐਗਜ਼ਾਮਪਲ ਤੁਹਾਨੂੰ ਕਲਾਸ 'ਚ ਬੁਲਾਇਆ ਜਾਏ, ਸੱਦਿਆ ਜਾਏ, ਤੁਸੀਂ ਕਲਾਸ 'ਚ ਆਓ, ਤੁਹਾਡੇ ਨਾਲ ਕੋਈ ਪੜ੍ਹਾਇਆ ਨਾ ਜਾਏ, ਗੱਲਾਂ ਬਾਤਾਂ ਮਾਰੀ ਜਾਣ, ਕਹਿੰਦੇ ਚਲੋ ਬਾਹਰ ਜਾ ਕੇ ਮਿਲਦੇ ਹਾਂ, ਚਾਹ ਪਾਣੀ ਪੀਂਦੇ ਹਾਂ, ਆਉਣ ਦਾ ਟਾਈਮ ਤਾਂ ਜਿਹੜਾ ਸੀਗਾ ਉਹ ਵੇਸਟ ਹੋ ਗਿਆ, ਹੈ ਨਾ। ਤੇ ਉਹੀ ਗੱਲ ਹੋ ਗਈ ਕਿ ਪਾਰਲੀਮੈਂਟਰੀ ਸੈਸ਼ਨ 'ਚ ਤੁਹਾਨੂੰ ਬੁਲਾਇਆ ਜਾਂਦਾ, ਤੁਹਾਡਾ ਕੰਮ ਹੈ ਆ ਕੇ ਡਿਸਕਸ਼ਨ ਕਰੋ, ਲਾਅ ਬਣਾਓ। ਤੁਸੀਂ ਆਉਂਦੇ ਹੋ, ਆ ਕੇ ਨਾਅਰੇਬਾਜ਼ੀ ਕਰਦੇ ਹੋ, ਕੋਈ ਮਾਈਕ ਚੱਕ ਕੇ ਮਾਰਦਾ, ਕੋਈ ਕਾਗਜ਼ ਪਾੜਦਾ, ਕੋਈ ਕੁਰਸੀਆਂ ਤੇ ਚੜ੍ਹ ਜਾਂਦਾ, ਕੋਈ ਮਾਰਸ਼ਲ ਚੱਕ ਕੇ ਬਾਹਰ ਸੁੱਟਦੇ ਹੈ, ਫਾਇਦਾ ਕੀ ਹੋਇਆ? ਤੇ ਉਹ ਸਾਰੀ ਚੀਜ਼ਾਂ ਇਹਦੇ 'ਚ ਪੁੱਛੀਆਂ ਗਈਆਂ। ਦੂਜਾ ਆ ਗਿਆ ਆਈਡੈਂਟੀਫਾਈ ਦ ਮੇਜਰ ਹਿੰਡਰੈਂਸਿਸ ਇਨ ਦ ਫੰਕਸ਼ਨਿੰਗ ਆਫ ਪਾਰਲੀਮੈਂਟਰੀ ਡੈਮੋਕ੍ਰੇਸੀ, ਕਿ ਕੀ ਸਾਡੇ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਬੜਾ ਵਧੀਆ ਸਵਾਲ ਸੀਗਾ ਕਿ ਪਾਰਲੀਮੈਂਟਰੀ ਡੈਮੋਕ੍ਰੇਸੀ ਕੀ ਹਿੰਡਰੈਂਸਿਸ ਫੇਸ ਕਰਦਾ ਹੈ ਹਿੰਦੁਸਤਾਨ ਦੇ ਵਿੱਚ। ਠੀਕ ਹੈ, ਅਸੀਂ ਡਿਸਕਸ ਕਰਾਂਗੇ ਜਦ ਅਸੀਂ ਡੈਮੋਕ੍ਰੇਸੀ ਦਾ ਪੋਰਸ਼ਨ ਕਰਾਂਗੇ। ਦੂਜੀ ਚੀਜ਼ ਆ ਗਈ ਕਿ ਡਿਸਕਸ ਦ ਬੈਨੀਫਿਟਸ ਐਂਡ ਚੈਲੰਜਸ ਟੂ ਗੋ ਫॉर ਸਾਈਮਲਟੇਨੀਅਸ ਇਲੈਕਸ਼ਨ। ਆ ਉਸ ਟਾਈਮ ਬੜਾ ਜ਼ਿਆਦਾ ਨਿਊਜ਼ ਸੀਗਾ ਸਾਈਮਲਟੇਨੀਅਸ ਇਲੈਕਸ਼ਨ 2018 ਦੇ ਵਿੱਚ, ਇਹਦੇ ਉੱਤੇ ਨੀਤੀ ਆਯੋਗ ਨੇ ਰਿਪੋਰਟ ਵੀ ਦਿੱਤੀ ਸੀਗੀ, ਪ੍ਰਧਾਨ ਮੰਤਰੀ ਸਾਹਿਬ ਵੀ ਸਾਡੇ ਕਹਿ ਰਹੇ ਸੀ ਕਿ ਬਾਰ-ਬਾਰ ਸਾਈਮਲਟੇਨੀਅਸ ਇਲੈਕਸ਼ਨ, ਤੇ ਉਸੇ ਬੇਸਿਸ ਦੇ ਉੱਤੇ ਆ ਸਵਾਲ ਜਿਹੜਾ ਹੈ ਉਹ ਪੁੱਛ ਲਿਆ ਗਿਆ। ਠੀਕ ਹੈ,
ਤੇ ਇਹੋ ਜਿਹੇ ਸਵਾਲਾਂ 'ਚ ਨਾ ਹੁੰਦਾ ਕੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯਾਰ ਥੋੜਾ ਜਿਹਾ ਡਾਟਾ ਪਾਣਾ ਹੁੰਦਾ, ਥੋੜਾ ਜਿਹਾ ਅਖਬਾਰ ਪਾਣੀ ਹੁੰਦੀ ਹੈ, ਪ੍ਰੋਜ਼ ਐਂਡ ਕੌਨਸ ਦੀ ਗੱਲ ਕਰਨੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਪੁੱਛਿਆ ਕਿ ਬੈਨੀਫਿਟਸ ਵੀ ਤੇ ਚੈਲੰਜਸ ਵੀ। ਇਸ ਤੋਂ ਬਾਅਦ ਸਵਾਲ ਆ ਗਿਆ ਜੁਡੀਸ਼ਰੀ ਦੇ ਉੱਤੇ। ਜਿਹੜਾ ਪੋਰਸ਼ਨ ਆ ਗਿਆ ਅਗਲਾ, ਦੈਟ ਵਾਸ ਸਟਰਕਚਰ, ਆਰਗੇਨਾਈਜੇਸ਼ਨ ਐਂਡ ਫੰਕਸ਼ਨਿੰਗ ਆਫ ਐਗਜ਼ੀਕਿਊਟਿਵ ਐਂਡ ਜੁਡੀਸ਼ਰੀ। ਐਗਜ਼ੀਕਿਊਟਿਵ ਮਤਲਬ ਸਾਡੇ ਹੋ ਗਏ ਕਾਉਂਸਲ ਆਫ ਮਿਨਿਸਟਰ, ਪ੍ਰੈਜ਼ੀਡੈਂਟ, ਗਵਰਨਰ, ਤੇ ਨਾਲ ਹੀ ਸਾਡਾ ਜੁਡੀਸ਼ਰੀ ਦੀ ਗੱਲ ਵੀ ਇਹਦੇ ਉੱਤੇ ਉੱਠ ਕੇ ਆ ਗਈ। ਠੀਕ ਹੈ, ਤੇ ਆਪਾਂ ਦੇਖੋ ਕਿ ਇਹਦੇ 'ਚ ਪਹਿਲਾ ਸਵਾਲ ਕੀ ਆਇਆ ਕਿ ਦੇयर इज अ ਵਾਈਡ ਸਪਰੈਡ ਫੀਲਿੰਗ that only judiciary save the people, ਹਾਈ ਹੈਂਡedness ਆਫ ਬੋਥ ਸਟੇਟ ਐਂਡ ਮਾਰਕੀਟ। ਕਿ ਜਿਹੜੀ ਜੁਡੀਸ਼ਰੀ ਹੈ ਉਹੀ ਸਾਡੀ ਰਖਵਾਲੀ ਹੈ, ਕਿ ਜੁਡੀਸ਼ਰੀ ਹੀ ਬਚਾਉਂਦੀ ਹੈ ਲੋਕਾਂ ਨੂੰ ਕਿੱਥੋਂ, ਭਾਵੇਂ ਸਰਕਾਰ ਹੋਵੇ ਭਾਵੇਂ ਮਾਰਕੀਟ ਹੋਵੇ। ਠੀਕ ਹੈ, ਸਰਕਾਰ ਦੀ ਵੀ ਜਿਹੜੀ ਬੇਹੁਦਗੀ ਹੁੰਦੀ ਹੈ, ਸਰਕਾਰ ਦਾ ਵੀ ਜਿਹੜਾ ਕੰਮ ਹੁੰਦਾ ਹਾਈ ਹੈਂਡedness ਹੁੰਦੀ ਹੈ, ਉਹਦੇ ਤੋਂ ਵੀ ਤੇ ਮਾਰਕੀਟ ਤੋਂ ਵੀ ਸਾਨੂੰ ਲੋਕਾਂ ਨੂੰ ਜੁਡੀਸ਼ਰੀ ਬਚਾ ਸਕਦਾ ਹੈ। implicit in this view is all is well with the judiciary at all levels, ਕਿ ਜੁਡੀਸ਼ਰੀ ਬਹੁਤ ਵਧੀਆ ਕੰਮ ਕਰਦੀ ਹੈ। ਤੇ ਕਹ ਰਹੇ ਇਹੋ ਜਿਹਾ ਸੁਭਾਅ ਦਿੱਤਾ ਜਾਂਦਾ, ਇਹੋ ਜਿਹਾ ਐਗਜ਼ਾਮਪਲ ਸੈੱਟ ਕੀਤੀ ਜਾਂਦੀ ਕਿ ਯਾਰ ਜੁਡੀਸ਼ਰੀ ਪਰਫੈਕਟ ਆਰਗੇਨਾਈਜੇਸ਼ਨ ਹੈ। ਕਹ ਰਹੇ if it is so then judicial reforms are not required। ਕਹ ਰਹੇ do you subscribe to this viewpoint, discuss whether you agree or disagree। ਉਹਨਾਂ ਨੇ ਪੁੱਛਿਆ, ਕਹਿੰਦੇ ਕਿ ਯਾਰ ਇਹੋ ਜਿਹਾ ਸਾਨੂੰ ਦਿਖਾਇਆ ਜਾਂਦਾ ਹੈ ਕਿ ਲੋਕਾਂ ਨੂੰ ਸਰਕਾਰ ਤੋਂ ਜੁਡੀਸ਼ਰੀ ਬਚਾਉਂਦੀ ਹੈ, ਐਗਜ਼ੈਕਟਿਵ ਦੀ ਹਾਈ ਹੈਂਡedness ਤੋਂ, ਤੇ ਨਾਲ ਨਾਲ ਮਾਰਕੀਟ ਦੀ ਜਿਹੜੀ ਐਕਸਪਲੋਇਟੇਸ਼ਨ ਹੁੰਦੀ ਹੈ ਉਹਦੇ ਤੋਂ ਵੀ ਜੁਡੀਸ਼ਰੀ ਬਚਾਉਂਦੀ ਹੈ। ਠੀਕ ਹੈ, ਜਿਵੇਂ ਹੁਣ ਕੋਵਿਡ ਦਾ ਟਾਈਮ ਚੱਲ ਰਿਹਾ, ਲੋਕਾਂ ਨੂੰ ਨੌਕਰੀਆਂ ਤੋਂ ਕੱਢਤਾ ਜਾਂ ਕੁਛ ਕੀਤਾ, ਇਹੋ ਜਿਹੀ ਗੱਲਾਂ ਹੋ ਗਈਆਂ, ਕਹਿੰਦੇ ਇਹ ਤੋਂ ਵੀ ਜੁਡੀਸ਼ਰੀ ਬਚਾਉਂਦੀ ਹੈ। ਕਹਿੰਦੇ ਜਦ ਜੁਡੀਸ਼ਰੀ ਲੋਕਾਂ ਨੂੰ ਸਰਕਾਰ ਤੋਂ ਵੀ ਬਚਾਉਂਦੀ ਹੈ ਤੇ ਮਾਰਕੀਟ ਤੋਂ ਵੀ ਬਚਾਉਂਦੀ, ਤਾਂ ਮਤਲਬ ਜੁਡੀਸ਼ਰੀ ਪਰਫੈਕਟ ਹੋ ਗਈ। ਕਹਿੰਦੇ ਮਤਲਬ ਕੀ ਹੈ ਕਿ ਕੀ ਤੁਸੀਂ ਐਗਰੀ ਕਰਦੇ ਹੋ ਉਸ ਚੀਜ਼ ਨਾਲ ਕਿ ਜੁਡੀਸ਼ਰੀ ਜਮਾਂ ਪਰਫੈਕਟ ਹੈ, ਜੁਡੀਸ਼ਰੀ ਨੂੰ ਕਿਸੇ ਰਿਫਾਰਮ ਦੀ ਲੋੜ ਨਹੀਂ ਹੈ। ਤੇ ਇਹਦੇ ਵਿੱਚ ਤੁਸੀਂ ਲਿਖਣਾ ਸੀ ਕਿ ਨਹੀਂ ਯਾਰ ਜੁਡੀਸ਼ਰੀ ਨੋ ਡਾਊਟ ਕੰਮ ਕਰਦੀ ਹੈ, ਪਰ ਜੁਡੀਸ਼ਰੀ 'ਚ ਵੀ ਬੜੇ ਸਾਰੇ ਪ੍ਰੋਬਲਮ ਆਉਂਦੀ ਹੈ, ਜਿਵੇਂ ਜੁਡੀਸ਼ੀਅਲ ਪੈਂਡੈਂਸੀ ਹੈ, ਓਪੇਕਨੈਸ ਆਫ ਜੱਜਿਸ ਹੈ, ਅਪਾਇੰਟਮੈਂਟ ਹੈ, ਇਹੋ ਜਿਹੀ ਚੀਜ਼ਾਂ ਸੀ ਇਹਦੇ 'ਚ ਲਿਖਣੀਆਂ ਸੀਗੀਆਂ। ਟਰਾਂਸਪੇਰੈਂਸੀ ਹੈ, ਜੁਡੀਸ਼ੀਅਲ ਕਰਪਸ਼ਨ ਹੈ, ਤੇ ਇਹ ਚੀਜ਼ਾਂ ਆਪਾਂ ਇਹਦੇ 'ਚ ਲਿਖਣੀਆਂ ਸੀਗੀਆਂ। ਇਸ ਤੋਂ ਬਾਅਦ ਸਵਾਲ ਆ ਗਿਆ, ਹਾਊ ਇਨ ਯੋਰ ਵਿਊ ਪ੍ਰੈਸ਼ਰ ਗਰੁੱਪਸ ਇਨ ਇੰਡੀਆ ਮੇਕ ਆਰ ਡੈਮੋਕ੍ਰੇਸੀ ਵਾਈਬਰੈਂਟ ਐਂਡ ਇਨਕਲੂਸਿਵ। ਜੇ ਤੁਹਾਨੂੰ ਪਤਾ ਹੈ ਪ੍ਰੈਸ਼ਰ ਗਰੁੱਪ ਕੀ ਹੁੰਦਾ ਹੈ ਤਾਂ ਤੁਸੀਂ ਆਹ ਸਵਾਲ ਲਿਖ ਸਕਦੇ ਹੋ, ਕਿਉਂਕਿ 100 ਵਰਡ ਦਾ ਸਵਾਲ ਹੈ, 100 ਵਰਡ ਤੁਸੀਂ ਲਿਖਣਾ ਹੈ। ਤੁਸੀਂ ਪਹਿਲਾਂ ਲਿਖੋਗੇ ਕਿ ਪ੍ਰੈਸ਼ਰ ਗਰੁੱਪ ਕੀ ਹੁੰਦਾ ਹੈ, ਉਹਦੇ ਬਾਅਦ ਤੁਸੀਂ ਲਿਖੋਗੇ ਕਿ ਯਾਰ ਇਹਦੇ 'ਚ ਪ੍ਰੋਜ਼ ਐਂਡ ਕੌਨਸ ਕੀ ਆਉਂਦੇ ਆ। ਆਪਾਂ ਅੱਗੇ ਆਉਣ ਵਾਲੇ ਵੀਡੀਓ 'ਚ ਆਨਸਰ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਸਵਾਲਾਂ ਨੂੰ ਅਸੀਂ ਲਿਖਣਾ ਹੈ। ਉਸ ਤੋਂ ਬਾਅਦ ਆ ਗਿਆ ਕਿ ਮੀਨਿੰਗ ਆਫ ਜੁਡੀਸ਼ੀਅਲ ਐਕਟਿਵਿਜ਼ਮ, ਕੀ ਜੁਡੀਸ਼ੀਅਲ ਐਕਟਿਵਿਜ਼ਮ ਕੀ ਹੁੰਦਾ ਹੈ। ਡਿਸਕਸ ਦ ਨੀਡ ਆਫ ਜੁਡੀਸ਼ੀਅਲ ਐਕਟਿਵਿਜ਼ਮ ਇਨ ਰੀਸਟਰਕਚਰਿੰਗ ਦ ਐਡਮਿਨਿਸਟ੍ਰੇਟਿਵ ਰਿਕੁਆਇਰਮੈਂਟ, ਕਿ ਜੁਡੀਸ਼ੀਅਲ ਐਕਟਿਵਿਜ਼ਮ ਦੀ ਕੀ ਲੋੜ ਪੈ ਗਈ ਜਦ ਅਸੀਂ ਕਹੀਏ ਕਿ ਸਾਨੂੰ ਪੂਰਾ ਦਾ ਪੂਰਾ ਸਿਸਟਮ ਇੰਪਰੂਵ ਕਰਨ ਦੀ ਲੋੜ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਸਵਾਲ ਆਇਆ ਸਾਡਾ salient features of representation of people's act, ਜਿਹੜਾ RPS ਸਟੈਚੂਟਰੀ ਲਾਅ ਹੈ, ਜਿਹੜਾ ਪੋਲੀਟੀਕਲ ਪਾਰਟੀ ਨੂੰ ਮੈਨੇਜ ਕਰਦਾ ਹੈ, ਜਾਂ ਉਹਦੇ 'ਚ ਗੱਲ ਆਉਂਦੀ ਹੈ ਵੋਟਿੰਗ ਸਿਸਟਮ ਬਾਰੇ ਗੱਲ ਆਉਂਦੀ ਹੈ, ਵੋਟਰ ਦੀ ਕੁਆਲੀਫਿਕੇਸ਼ਨ, ਆਹ ਵਾਸਤੇ ਸਾਡੇ ਬਣਿਆ ਹੈ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1950 ਐਂਡ 51। ਠੀਕ ਹੈ, ਕਿ ਇਹਦੇ 'ਚ ਸਵਾਲ ਪੁੱਛੇਗਾ ਸੈਕਸ਼ਨ 84। ਸੈਕਸ਼ਨ 84 ਉਸ ਟਾਈਮ ਬਹੁਤ ਜ਼ਿਆਦਾ ਨਿਊਜ਼ ਸੀਗਾ, 2013 'ਚ ਸੁਪਰੀਮ ਕੋਰਟ ਦੀ ਜਜਮੈਂਟ ਆਈ ਸੀਗੀ, ਜਿਹਦੇ ਹਿਸਾਬ ਨਾਲ ਆ ਨਿਊਜ਼ 'ਚ ਸੀਗਾ। ਤੇ ਉਹਨਾਂ ਨੇ ਪੁੱਛਿਆ ਕਿ ਸੈਕਸ਼ਨ 84 ਆਫ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ in the opinion of Supreme Court is ultra vires, कि unconstitutional है। The court opined that all that convicted MPs and MLAs are in a criminal case would be disqualified from holding their offices from the day of conviction itself, even if such a conviction is by a trial court comment in the light of recent judgment। ਇਹਦੇ ਵਿੱਚ ਕੋਰਟ ਨੇ ਕੀ ਕਹਿਤਾ ਸੀਗਾ ਕਿ ਭਾਵੇਂ ਕੋਈ MLA ਹੈ, MP ਹੈ, ਜਿਵੇਂ ਹੀ ਉਹਨੂੰ ਕਨਵਿਕਟ ਕੀਤਾ ਜਾਂਦਾ ਹੈ, ਘੋਸ਼ਿਤ ਕੀਤਾ ਜਾਂਦਾ ਹੈ, ਉਹਨੂੰ ਡਿਸਕੁਆਲੀਫਾਈ ਕਰ ਦੇਣਾ ਚਾਹੀਦਾ ਸੀਗਾ। ਉਸ ਕੰਟੈਕਸਟ ਜਾਂ ਉਸ ਕਰੰਟ ਇਸ਼ੂ ਦੇ ਬੇਸਿਸ ਦੇ ਉੱਤੇ ਆ ਸਵਾਲ ਪੁੱਛਿਆ ਗਿਆ ਸੀਗਾ। ਠੀਕ ਹੈ, ਇਸ ਤੋਂ ਬਾਅਦ ਆਪਣਾ ਟੌਪਿਕ ਆ ਗਿਆ appointment to various constitutional posts, powers, functions and responsibilities of various constitutional bodies। ਇਹਦੇ ਵਿੱਚ ਸਭ ਤੋਂ ਪਹਿਲੀ ਸਵਾਲ ਪੁੱਛਿਆ ਗਿਆ NDC ਬਾਰੇ 2013 ਦੇ ਵਿੱਚ। ਹੁਣ ਤਾਂ NDC ਨਹੀਂ ਰਹੀ ਕਿਉਂਕਿ ਨੀਤੀ ਆਯੋਗ ਆ ਗਈ। ਠੀਕ ਹੈ, ਤੇ ਦੂਜਾ ਸਵਾਲ ਪੁੱਛਿਆ ਗਿਆ ਇਲੈਕਸ਼ਨ ਕਮਿਸ਼ਨ ਦੇ ਉੱਤੇ 2018 'ਚ, ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਫੰਕਸ਼ਨਿੰਗ ਹੈ ਉਹ ਬਹੁਤ ਜ਼ਿਆਦਾ ਅੰਡਰ ਡਿਬੇਟ ਸੀਗੀ। ਤਾਂ ਉਹੀ ਗੱਲ ਆਪਣੀ ਦੁਬਾਰਾ ਆ ਗਈ ਕਿ ਜਦ ਤੁਹਾਨੂੰ ਕਰੰਟ ਦੇ ਬਾਰੇ ਪਤਾ ਹੈ ਤਾਂ ਤੁਸੀਂ ਇਹੋ ਜਿਹੇ ਸਵਾਲ ਜਿਹੜੇ ਹੈ ਉਹ ਬੜੇ ਆਰਾਮ ਨਾਲ ਮੈਨੇਜ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਆਪਣਾ ਟੌਪਿਕ ਆ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਪੰਚਾਇਤੀ ਰਾਜ ਇੰਸਟੀਟਿਊਸ਼ਨ ਤੇ ਲੋਕਲ ਬੋਡੀਜ਼ ਬਾਰੇ। ਠੀਕ ਹੈ, ਇਹਦੇ ਵਿੱਚ ਸਿੰਪਲ ਸਵਾਲ ਪੁੱਛਿਆ ਗਿਆ, ਇੰਨਾ ਆਸਾਨ ਸਵਾਲ ਪੁੱਛਿਆ ਗਿਆ 2018 ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਪੁੱਛਿਆ ਕਿ ਫੈਕਟਰ ਦੱਸੋ ਕਿ ਵਾਈ 73rd ਅਮੈਂਡਮੈਂਟ ਐਕਟ ਵਾਸ ਨੈਸੈਸਰੀ, ਐਨਾਲਾਈਜ਼ ਇਟਸ ਐਕਚੁਅਲ ਇੰਪੈਕਟ। ਤੁਸੀਂ ਬੇਸਿਕਲੀ ਦੱਸਣਾ ਕੀ ਹੈ, ਦੋ ਚੀਜ਼ਾਂ ਹੈ, 100 ਵਰਡ, ਦੋ ਚੀਜ਼ਾਂ ਦੱਸਣੀਆਂ। ਮਤਲਬ ਤੁਸੀਂ ਹਿਸਾਬ ਲਾਓ ਕਿ ਤੁਹਾਨੂੰ ਕਿੰਨੇ ਆਬਜੈਕਟਿਵਲੀ ਲਿਖਣਾ ਪੈਣਾ, ਕਿੰਨੇ ਵਧੀਆ ਤਰੀਕੇ ਨਾਲ ਲਿਖਣਾ ਪੈਣਾ ਹੈ ਕਿ ਕਿਉਂ ਲੋੜ ਪਈ ਸਾਨੂੰ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਦੀ, ਤੇ ਨਾਲ ਹੀ ਨਾਲ ਐਕਚੁਅਲ ਇੰਪੈਕਟ ਜਿਹੜੇ ਹੈ ਉਹ ਕੀ ਹੈ ਇਹਦੇ, ਕਿ ਧਰਤੀ ਤੇ ਜਾਂ ਫਿਰ ਗਰਾਊਂਡ ਤੇ ਇਹਦਾ ਕੀ ਇੰਪੈਕਟ ਹੈ। ਤੇ ਆਪਾਂ ਆਹ 100 ਵਰਡ 'ਚ ਇਹਨੂੰ ਐਕਸਪਲੇਨ ਕਰਨਾ ਹੈ। ਤੇ ਜਿਹੜਾ ਆਪਣਾ ਲਾਸਟ ਟੌਪਿਕ ਆਇਆ ਉਹ ਹੈ ਕੰਪੈਰੀਜ਼ਨ ਆਫ ਇੰਡੀਅਨ ਕਨਸਟੀਟਿਊਸ਼ਨਲ ਸਕੀਮ ਵਿਦ ਦ
दैट ऑफ अदर कंट्रीज। ਇਹਦੇ ਉੱਤੇ ਅੱਜ ਤੱਕ यूपीएससी ਨੇ ਕੋਈ ਸਵਾਲ ਨਹੀਂ ਪੁੱਛਿਆ, ਪਰ ਇੰਜ ਵੀ ਨਹੀਂ ਕਹਿ ਸਕਦੇ ਕਿ ਸਵਾਲ ਆ ਨਹੀਂ ਸਕਦਾ। ਠੀਕ ਹੈ, ਕਿ ਜਿਵੇਂ ਆਪਣਾ ਕਹੀਏ ਕਿ ਕਨਸਟੀਟਿਊਸ਼ਨ ਆਫ यूएसए ਹੈ, यूके है, फ्रांस है, यूएसएसआर, ਇਹਦੇ ਉੱਤੇ यूपीएससी ਸਵਾਲ ਪੁੱਛ ਵੀ ਸਕਦਾ। ਇੰਜ ਨਹੀਂ ਹੈ ਕਿ ਆਹੀ ਚਾਰ ਹੈ, ਹੋਰ ਵੀ ਬੜੇ ਸਾਰੇ ਕਨਸਟੀਟਿਊਸ਼ਨ ਹੋ ਸਕਦੇ ਹੈ ਜਿਹਦੇ ਉੱਤੇ ਸਵਾਲ ਪੁੱਛਿਆ ਜਾ ਸਕਦਾ ਹੈ। ਆਪਾਂ 3-4 ਹੋਰ ਡਿਸਕਸ ਕਰਾਂਗੇ ਜਦ ਆਪਾਂ ਕਲਾਸਾਂ 'ਚ ਇਹਨੂੰ ਅੱਗੇ ਕਵਰ ਕਰਾਂਗੇ। ਠੀਕ ਹੈ ਜੀ, ਤੇ ਆਪਾਂ ਅੱਜ ਦੇਖਿਆ ਕਿ ਕਿਹੜੇ ਸਵਾਲ ਕਿਆ ਪੋਰਸ਼ਨ ਹੈ, ਕਿਹੋ ਜਿਹੇ ਸਵਾਲ ਪੁੱਛੇ ਜਾਂਦੇ ਹੈ, ਤੇ ਆਉਣ ਵਾਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਇਹਨਾਂ ਸਵਾਲਾਂ ਨੂੰ ਆਪਾਂ ਅਟੈਂਪਟ ਕਿਵੇਂ ਕਰਨਾ ਹੈ ਤਾਂ ਕਿ ਤੁਹਾਡੇ ਮੈਕਸਿਮਮ ਮਾਰਕਸ ਆ ਜਾਣ। ਫॉर ਉਹਦੇ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਦੁਬਾਰਾ ਮਿਲਾਂਗੇ। ਥੈਂਕ ਯੂ ਵੈਰੀ ਮੱਚ।